एक पिछले टाइमां की गल है, एक मुंडा ती जिमीदारां दा, ओहदा नाम बशीर ती। कल्ला ही मुंडा ती, मापिਆਂ ਦੇ ਘਰ बड़े शौक लाड नाल पालिया ती। ਉਹ ਅੱਡੋ ਅੱਡੀ ਸ਼ੌਂਕ ਹੁੰਦੇ ਨੇ, ਕਈ ਨੂੰ ਹੰਡਾਉਣ ਦਾ ਹੁੰਦਾ, ਕਈ ਨੂੰ ਖਾਣ ਦਾ ਹੁੰਦਾ। ਉਹ ਇੱਕ ਸੀਰਾ ਹੁੰਦਾ ਪਹਿਲੀਆਂ ਦੇ ਵਿੱਚ ਬਣਾਉਂਦੇ ਹੁੰਦੇ। ਅਸਲ ਤਾਂ ਉਹ ਜਦੋਂ ਐਸ ਰੁੱਤ ਬਣਦਾ, ਜਦੋਂ ਚਾਹਣੀ ਬਣਦੀ, ਜਦੋਂ ਚਾਹਣੀ ਪੂਰੀ ਪੱਕ ਜਾਂਦੀ, ਉਦੋਂ ਕੋਰੇ ਤੌੜੇ 'ਚ ਪਾ ਕੇ ਘਿਓ ਪਾ ਆਉਂਦੇ, ਫਿਰ ਉਹ ਵਾਢੀਆਂ ਵੇਲੇ ਬਣ ਜਾਂਦਾ ਪੂਰਾ ਵਧੀਆ। ਖਾਧਾ ਹੈ, ਬਹੁਤ ਸਵਾਦ ਚੀਜ਼ ਹੁੰਦੀ। ਪਹਿਲਾਂ ਬਣਾਉਂਦੀਆਂ ਹੁੰਦੀਆਂ ਬੁੜੀਆਂ, ਹਰੇਕ ਆਪਦੇ ਇੱਕ 'ਚੋਂ ਬਣਾਉਂਦਾ ਤੌੜਾ, ਕੋਰਾ ਤੌੜਾ ਲੈ ਲੈਂਦੇ। ਮਤਲਬ ਸਾਰਾ ਟੱਬਰ ਖਾਂਦਾ, ਬਹੁਤ ਸਵਾਦ ਚੀਜ਼ ਸੀਗੀ, ਨਾਲੇ ਤਾਕਤ ਵਾਲੀ ਚੀਜ਼ ਸੀਗੀ। ਉਹਨਾਂ ਦਾ ਮੁੰਡਾ ਉਹ ਸੀਰੇ ਦਾ ਲਾਲਚੀ ਦੀ ਖਾਣ ਦਾ। ਅਤੇ ਭਾਈ ਉਹ 5ਵੇਂ 10ਵੇਂ ਦਿਨ ਬੁੜੀ ਨੂੰ ਕਿਹਾ ਕਰੇ, ਬੇਬੇ ਮੈਨੂੰ ਸੀਰਾ ਬਣਾ ਕੇ ਦੇ। ਭਾਈ ਬੁੜੀ ਸੀਰਾ ਬਣਾ ਕੇ ਦੇ ਦਿਆ ਕਰੇ, ਮਾਲ ਲੈ ਜਾ ਕਰੇ। ਜਿੱਦਣ ਨਾ ਦਿਆ ਕਰੇ, ਕਹੇ ਕਰੇ ਮੈਂ ਤਾਂ ਮਾਲ ਨਹੀਂ ਲੈ ਕੇ ਜਾਂਦਾ, ਸੀਰਾ ਬਣਾ ਕੇ ਦੇ। ਭਾਈ ਬੁੜੀ ਮਾਲ ਛਡਾਉਣ ਦੀ ਮਾਰੀ ਉਹਨੂੰ ਹਾਰ ਕੇ ਥੋੜ੍ਹਾ ਜਿਹਾ ਸੀਰਾ ਬਣਾ ਕੇ ਦੇ ਦਿਆ ਕਰੇ। ਗੱਭਰੂ ਹੋ ਗਿਆ, ਗੱਭਰੂ ਹੋਇਆ, ਵਿਆਹ ਆ ਗਿਆ। ਜਦੋਂ ਵਿਆਹ ਆ ਗਿਆ, ਕਹਿਣ ਲੱਗੀ ਤੂੰ ਜਾ ਭਾਈ ਹੁਣ ਆਪਦੇ ਘਰ ਆਈ ਨੂੰ ਲੈ ਆ, ਬਹੁਤ ਚਿਰ ਹੋ ਗਿਆ। ਕਹਿੰਦਾ ਫੇਰ ਜਾਊ, ਸੀਰਾ ਬਣਾ ਕੇ ਦੇ। ਭਾਈ ਬੁੜੀ ਨੇ ਕਹਿੰਦਾ ਖਾਸਾ ਬਣਾ ਦੀ, ਮੈਂ ਰਾਹ 'ਚ ਵੀ ਖਾਂਦਾ ਜਾਊਂ। ਭਾਈ ਬੁੜੀ ਨੇ ਤਾਂ ਖਾਸਾ ਸੀਰਾ ਬਣਾ ਲਿਆ। ਕੋਈ ਤੁਰ ਕੇ ਜਾਂਦੇ ਹੁੰਦੇ, ਉਦੋਂ ਕਿਹੜਾ ਕੋਈ ਸਾਧਨ ਸੀਗੇ, ਬਾਟਾਂ ਲੰਮੀਆਂ ਆਉਂਦੀਆਂ, ਕਈ ਵਾਰ ਤਾਂ ਰਾਹਾਂ 'ਚ ਰਾਤਾਂ ਕੱਟਣੀਆਂ ਪੈਂਦੀਆਂ। ਪਿੰਡਾਂ ਦੇ ਵਿੱਚ ਸਰਾਂ ਬਣੀਆਂ ਹੁੰਦੀਆਂ, ਜਿਹੜੀ ਥਾਈ ਹੈ ਇਹਨੂੰ ਸਰਾਂ ਕਹਿੰਦੇ ਸੀ ਅੱਗੇ। ਪਿੰਡਾਂ ਦੇ ਵਿੱਚ ਬਣੀਆਂ ਹੁੰਦੀਆਂ, ਉੱਥੇ ਰਾਹੀ ਆਪਦੇ ਰਾਹੀ ਦਾ ਰਹਿਣ ਦੀ ਹੁੰਦੀ ਜਗ੍ਹਾ, ਅਗਲਾ ਰਾਤ ਕੱਟ ਲੈਂਦਾ। ਅਸਲੀ ਜਿਹੜੇ ਘਰ ਆਪਣੇ ਸਰਾਂ ਹੈ ਤਾਂ ਅਸੀਂ ਕਹਿ ਦਿੰਦੇ ਸਾਡੀਆਂ ਕੋਠੀਆਂ, ਇਹ ਕਿਉਂ ਇੱਥੇ ਬਥੇਰੇ ਆ ਕੇ ਵਗ ਗਏ, ਆਪਾਂ ਵੀ ਆ ਕੇ ਵਗ ਜਾਵਾਂਗੇ, ਪੱਕਾ ਕਿਸੇ ਦਾ ਟਿਕਾਣਾ ਹੈ ਹੀ ਨਹੀਂ। ਅਸਲੀ ਸਰਾਂ ਹੈ ਜਿਹੜੀ ਆ ਧਰਤੀ ਦੁਨੀਆ, ਆਉਣਾ ਜਾਣਾ ਬਣਿਆ ਇੱਥੇ। ਅਤੇ ਰਾਤਾਂ ਰਾਹਾਂ 'ਚ ਕੱਟਦੇ, ਜੇ ਹਨੇਰਾ ਹੁੰਦਾ ਪੈਦਲ ਤੁਰ ਕੇ ਜਾਣਾ, ਰੇਤੇ ਦੇ ਰਾਹ ਹੁੰਦੇ ਕੱਚੇ। ਅਤੇ ਬੁੜੀ ਨੂੰ ਕਹਿੰਦਾ ਖਾਸਾ ਬਣਾ ਦੇ। ਉਹਦਾ ਖਾਸੀ ਇੱਕ ਮੱਘੀ ਜੀ ਕੋਰੀ 'ਚ ਭਰਤੀ, ਕਹਿੰਦੀ ਲੈ ਫੜ। ਕਹਿੰਦਾ ਤਾਂ ਮੈਂ ਖਾ ਜੂ, ਉੱਥੋਂ ਤੱਕ ਜਾਂਦੀ, ਬਣਾ ਦੇ ਇੰਨੀ ਕੁ। ਭਾਈ ਕੱਪੜਾ ਲੀੜਾ ਪਾ ਲਿਆ, ਕਹਿੰਦੀ ਲੈ ਪੁੱਤ ਹੁਣ ਤੂੰ ਤਿਆਰ ਹੋ ਜਾ। ਕਹਿੰਦਾ ਬਸ ਤਿਆਰੀਆਂ, ਮੇਰਾ ਸੀਰਾ ਪਾ ਦੇ 'ਚ। ਕੋਰੀ ਮੱਘੀ ਜੀ 'ਚ ਪਾਤਾ ਬੁੜੀ ਨੇ ਖਾਸਾ ਪਸੇਰੀਆ ਤੋਂ, ਵੀ ਚੱਲ ਰਾਹ 'ਚ ਤਾਂ ਮਕਾਈ ਨੂੰ ਸਹੁਰੀ ਜਾਂਦਾ ਤਾਂ। ਅਤੇ ਚੰਗੀ ਚਿੱਟੇ ਦੀ ਚਾਦਰ ਵੱਡੀ ਸਾਰੀ ਬੁੱਕਲ ਮਾਰ ਨੂੰ ਲੈ ਲਈ। ਉਦੋਂ ਇਹੋ ਜਿਹੇ ਕੱਪੜੇ ਹੁੰਦੇ, ਉਦੋਂ ਆਹ ਹੋਣ ਵਾਲਾ ਕਿੱਥੇ ਸਮਾਨ। ਅਤੇ ਚੱਕ ਕੇ ਜੀ ਬੁੱਕਲ ਦੇ ਵਿੱਚ ਤੌੜੀ ਲੁਕੋ ਲਈ। ਉਹ ਇੱਕ ਹੱਥ ਨਾਲ ਕੱਢ ਕੇ ਖਾਂਦਾ ਤੁਰਿਆ ਗਿਆ, ਰਾਹ 'ਚ ਤੁਰਿਆ ਗਿਆ। ਅਤੇ ਪਿੰਡ ਦੇ ਸਹੁਰਿਆਂ ਤੋਂ ਜਦੋਂ ਨੇੜੇ ਜਾ ਰਿਹਾ, ਕਹਿੰਦਾ ਹੁਣ ਇਹਨੂੰ ਤਾਂ ਨਾਲ ਤਲ ਜਾਣਾ ਲੋਟ ਨਹੀਂ, ਬੁਰੀ ਲੱਗੂਗੀ। ਜਿਹੜਾ ਹੈਗਾ ਉਹਨਾਂ ਨੂੰ ਸਾਰੇ ਨੂੰ ਖਾ ਹੀ ਲੈ। ਹੁਣ ਉਹ ਮੱਘੀ ਜੀ ਦਾ ਵਾਰਤੀ ਭੀੜਾ, ਪਹਿਲਾਂ ਤਾਂ ਇੱਕ ਹੱਥ ਨਾਲ ਕੱਢਦਾ ਹੀ, ਦੋਨੇ ਹੱਥੀ ਪਾ ਲਏ ਵਿੱਚ, ਦੋਨੇ ਹੱਥ ਪਾ ਕੇ ਮੂਠੀਆਂ 'ਚ ਉਹ ਸੀਰਾ ਪਾ ਲਿਆ। ਤਾਂ ਹੁਣ ਮੂਠੀਆਂ ਸਣੇ ਤਾਂ ਹੱਥ ਨਾਲ ਬਾਹਰ ਨਿਕਲ, ਮੂਠੀ ਖੋਲ੍ਹੇ ਨਾ, ਦੋਨੇ ਹੱਥੀ ਵਿੱਚ ਅਡਾ ਲਏ। ਕਹਿੰਦਾ ਬੜਾ ਸਿਆਪਾ ਛਿੜਿਆ। ਕਹਿੰਦਾ ਹੱਥ ਨਹੀਂ ਨਿਕਲਦੇ ਹੁਣ, ਜੇ ਤਾਂ ਮੂਠੀ ਖੋਲ੍ਹੇ ਤਾਂ ਹੱਥ ਨਿਕਲਣ, ਮੂਠੀ ਖੋਲ੍ਹੇ ਨਾ ਵਿੱਚੇ ਹੱਥ ਅੜ ਗਏ। ਕਹਿੰਦਾ ਸਹੁਰੇ ਨੇੜੇ ਆ ਗਏ, ਜਾਣਾ ਪਊਗਾ ਜ਼ਰੂਰ। ਤਾਂ ਪੰਗਾ ਲੈ ਲਿਆ, ਤਕੜਾ ਸੀ। ਕਹਿੰਦਾ ਹੁਣ ਕਿਵੇਂ ਕਰੀਏ, ਦਿਨ ਸਿਪ ਗਿਆ, ਵੇਲਾ ਹੋਈ ਜਾਂਦਾ, ਜਾਣਾ ਤਾਂ ਪਊ। ਇੱਥੇ ਤਾਂ ਕੋਈ ਚੋਰ ਡਕੈਤ ਤਾਂ ਲੰਘਦੇ ਰਹਾਂ ਵੀ ਦੀ, ਕੋਈ ਕੁੱਟ ਕੇ ਜਿਹੜੇ 2 ਰੁਪਈਏ ਕੋਲੇ ਨੇ ਖੋਹ ਲੂਗਾ। ਤਕੜਾ ਦੀ ਭਾਈ ਉੱਤੇ ਬੁੱਕਲ ਜੀ ਮਾਰ ਕੇ ਵਿੱਚ ਲੁਕੋ ਲਈ ਮੱਘੀ ਜੀ, ਉਵੇਂ ਜ਼ਿਕਰੀ ਵਗ ਗਿਆ। ਜਾ ਰਿਹਾ ਗਾਹਾਂ, ਜਦੋਂ ਗਿਆ ਘਰੇ ਭਾਈ ਸੱਸ ਨੇ ਸਿਰ ਪਰੋਸਤਾ।
ਤੇ ਸਹੁਰੇ ਨੇ ਸਿਰ ਪਲੋਸਿਆ, ਸਾਰੇ ਮੰਜਾ ਡਾਹਤਾ, ਬਿਸਤਰਾ ਵਸਾਤਾ, ਮੰਜੇ 'ਤੇ ਬਹਿ ਗਿਆ। ਬੁੱਕਲ 'ਚ ਲੁਕੋ ਲਈ ਮੱਘੀ ਛੋਟੀ ਦੀ, ਉੱਤੋਂ ਦੀ ਬੁੱਕਲ ਨਾ ਖੋਲ੍ਹੇ। ਭਾਈ ਗੱਲਾਂ ਬਾਤਾਂ ਕਰੀ ਗਏ, ਸੁੱਖ ਸਾਂਦ ਪੁੱਛੀ ਗਏ ਘਰ ਦੇ, ਹੋਰ ਫਸਲ ਬਾੜੀ ਧਮਕਾ। ਭਾਈ ਹਾਂ ਠੀਕ ਹੈ ਬੈਠਾ, ਮੂੰਹ ਨਾ ਬੋਲੀ ਗਿਆ, ਪਰ ਹੱਥ ਦੋਨੇ ਮੱਘੀ ਦੇ ਵਿੱਚ ਅੜੇ ਵੇ। ਐਂ ਨਾ ਸੋਚੇ ਵੀ ਮੁੱਠੀ ਖੋਲ੍ਹਣਾ ਫਿਰ ਹੱਥ ਨਿਕਲਣਗੇ, ਬੂਠੀਆਂ ਖੋਲ੍ਹੇ ਨਾ ਹੱਥ ਨਿਕਲਣਾ। ਕਹਿਣ ਲੱਗਿਆ, ਬੁੜੀ ਕਹਿੰਦੀ ਪੁੱਤ ਰਜਾਈ ਧਰਤੀ ਸਿਆਲ ਦਾ ਮਹੀਨਾ ਦੀ, ਕਹਿੰਦੀ ਸੌਂ ਜਾ, ਤੈਨੂੰ ਦੇਖ ਲੈ ਰੋਟੀ ਪਾਣੀ। ਕਹਿੰਦਾ ਨਾ ਬੇਬੇ ਮੈਂ ਰੋਟੀ ਨਹੀਂ ਖਾਂਦਾ, ਮੈਂ ਕਵੇਲੇ ਤੋਰਿਆ, ਰੋਟੀ ਡੂਟੀ ਦਾ ਮੈਂ ਤੜਕੇ ਖਾਊਂਗਾ। ਹੁਣ ਕਿੱਥੋਂ ਦੱਸੇ ਵੀ ਮੈਂ ਸੀਰੇ ਦਾ ਡੱਕਿਆ, ਆਕੀ ਸੀਰਾ ਫੜੀ ਬੈਠਾ, ਮੈਂ ਰੋਟੀ ਕਾਹਦੇ ਨਾਲ ਖਾਵਾਂ। ਬੁੜੀ ਕਹਿੰਦੀ ਚੰਗਾ ਰਜਾਈ ਦੇਤੀ, ਕਹਿੰਦੀ ਸੌਂ ਜਾ, ਥੱਕਿਆ ਨੀਂਦ ਆਉਂਦੀ ਹੋਊਗੀ। ਸਾਰਾ ਪਰਿਵਾਰ ਆਪੋ ਆਪਦੇ ਟਿਕਾਣਿਆਂ 'ਤੇ ਭਾਈ ਮੰਜਿਆਂ 'ਤੇ ਪੈ ਗਿਆ, ਦੀਵੇ ਬੁਝਾ ਤੇ। ਉਹਨੇ ਵੀ ਦੇਖਿਆ ਵੀ ਹੁਣ ਦੀਵਾ ਤਾਂ ਬੁਝਾਉਣਾ ਪਊ, ਫੂਕ ਮਾਰ ਕੇ ਦੀਵਾ ਬੁਝਾਤਾ ਪਿਆ। ਅੱਧੀ ਕੁ ਰਾਤ ਜਦੋਂ ਹੋਈ ਤੇ ਬੱਦਲ ਉੱਠ ਖੜਿਆ, ਬੱਦਲ ਉੱਠਿਆ, ਗੱਜਿਆ, ਬਿਜਲੀ ਲਿਸ਼ਕੀ, ਕਣੀ ਡਿੱਗੇ ਕੋਈ ਤੇ ਉਹਦਾ ਸਹੁਰਾ ਪਿਸ਼ਾਬ ਕਰਨ ਵਿਹੜੇ 'ਚ ਨਿਕਲਿਆ ਗੰਜਾ ਸਿਰ ਤੀ ਬੁੜੇ ਦਾ। ਤੇ ਉਧਰੋਂ ਜੋ ਬਿਜਲੀ ਚਮਕੇ, ਸਿਰ ਝਮਕੇ ਨਾਲ ਚਾਨਣ ਦੇ। ਹਾਂ ਉਧਰੋਂ ਭਈ ਉਹ ਹੀ ਬਾਹਰ ਨਿਕਲਿਆ, ਕਹਿੰਦਾ ਪਿਸ਼ਾਬ ਕਰਕੇ। ਜਦੋਂ ਗਾਹਾਂ ਗਿਆ, ਜਦੋਂ ਬੁੜੇ ਦਾ ਸਿਰ ਚਮਕਿਆ, ਬਿਜਲੀ ਲਸਕੀ, ਉਹਦਾ ਸਿਰ 'ਚ ਮਾਰੀ ਉਹ ਤੌੜੀ, ਬੁੜੇ ਦੇ ਮਾਰੀ ਸਿਰ 'ਚ ਤੌੜੀ, ਫੁੱਟ ਗਈ, ਹੱਥ ਨਿਕਲ ਗਏ। ਭਾਈ ਬੁੜੇ ਨੇ ਤਾਂ ਚੱਕਤਾ ਚਾਂਗ ਰੌਲੀ, ਕਹਿੰਦਾ ਉਹ ਮੇਰੇ ਬਿਜਲੀ ਡਿੱਗ ਪਈ, ਮੇਰੇ 'ਤੇ ਬਿਜਲੀ ਡਿੱਗ ਪਈ। ਸਾਰਾ ਟੱਬਰ ਭੱਜ ਕੇ ਉੱਠ ਖੜਿਆ। ਉੱਠਿਆ ਭਾਈ, ਭੱਜ ਕੇ ਆਪ ਤਾਂ ਅੰਦਰ ਜਾ ਵੜਿਆ। ਅੰਦਰ ਜਾ ਕੇ ਜਦੋਂ ਬਾਹਰ ਰੌਲਾ ਜਾ ਪੈ ਗਿਆ, ਬਾਹਰ ਆ ਗਿਆ, ਕੀ ਹੋ ਗਿਆ ਕਿ ਬਾਪੂ ਦੇ ਬਿਜਲੀ ਡਿੱਗ ਪਈ। ਉਹਨੇ ਮਿੱਠੀ ਠੀਕਰੀ ਦੀ ਚੱਕ ਕੇ ਕਹਿੰਦਾ ਮਿੱਠੀ ਬਿਜਲੀ ਡਿੱਗੀ ਹੈ। ਬੁੜਾ ਕਹਿੰਦਾ, ਬੁੜੇ ਨੇ ਠੀਕਰੀ ਚੱਕੀ, ਕਹਿੰਦਾ ਹਾਂ ਮਿੱਠੀ ਬਿਜਲੀ, ਉਹ ਬਾਪੂ ਦੇ ਮਿੱਠੀ ਬਿਜਲੀ ਡਿੱਗ ਪਈ, ਮਿੱਠੀ ਬਿਜਲੀ ਡਿੱਗ ਪਈ। ਐਂ ਪਤਾ ਨਹੀਂ ਵੀ ਇਹਦਾ ਕੰਮ ਕਰਿਆ ਵੈ। ਭਾਈ ਬੁੜੇ ਦਾ ਤਾਂ ਸਿਰ ਲਾਲ ਕਰਤਾ ਮਾਰ ਕੇ ਤੌੜੀ। ਬੁੜਾ ਕਹੇ ਇਹੀ ਜੀ ਬਿਜਲੀ ਤਾਂ ਦੇਖੀ ਨਹੀਂ, ਮਿੱਠੀ ਬਿਜਲੀ ਡਿੱਗੀ ਹੈ ਤਾਂ। ਹੋਰ ਭਾਈ ਅੰਦਰ ਜਾ ਬੈਠਾ ਮੌਜ ਨਾਲ, ਮੁਸ਼ਕੜੀਆਂ ਸੇ ਬਿਜਲੀ ਕਿਹੜੀ ਹੈ, ਕੰਮ ਤਾਂ ਮੈਂ ਕਰਿਆ ਬੁੜੇ ਦਾ। ਉਹਨੇ ਕਰਿਆ ਕਿ ਦੇਖਿਆ, ਸਾਰੇ ਟੱਬਰ ਨੇ ਵੀ ਕਮਾਲ ਹੋ ਗਈ, ਮੈਂ ਲਸ਼ਕਰੀ ਤਾਂ ਬਿਜਲੀ ਹੋਈ ਦੀ, ਡਿੱਗੀ ਤਾਂ ਬਿਜਲੀ ਆ, ਬਾਪੂ ਝੂਠ ਨਹੀਂ ਬੋਲਦਾ। ਤੜਕੇ ਭਾਈ ਸਾਰੇ ਪਿੰਡ 'ਚ ਰੌਲਾ ਪੈ ਗਿਆ, ਰਾਤ ਇਹਨਾਂ ਦੇ ਬੁੜੇ 'ਤੇ ਮਿੱਠੀ ਬਿਜਲੀ ਡਿੱਗ ਪਈ। ਹਰੇਕ ਆਵੇ ਕਿਉਂ ਵੀ ਬਚ ਗਿਆ, ਮਿੱਠੀ ਬਿਜਲੀ ਕਰਕੇ ਬਚ ਗਿਆ, ਦੂਜੀ ਉਹਦੀ ਮਾਰ ਦਿੰਦੀ। ਵਿੱਚ ਸਿਆਣੇ ਕਹਿਣ ਬਿਜਲੀ ਮਿੱਠੀ ਕੀ, ਇਹ ਤਾਂ ਅੱਗ ਹੈ, ਇਹ ਬਿਜਲੀ ਮਿੱਠੀ ਕਾਹਦੇ ਨਾਲ ਬਣ ਗਈ। ਉਹ ਕਹਿੰਦਾ ਨਹੀਂ ਯਾਰ ਮਿੱਠੀ ਬਿਜਲੀ ਆ, ਮੈਂ ਚੱਟ ਕੇ ਦੇਖੀ ਹੈ। ਭਈ ਉਹਨੇ ਤਾਂ ਬਸ਼ੀਰ ਨੇ ਦੇਖਿਆ ਵੀ ਆਪਣਾ ਤਾਂ ਵਧੀਆ ਬਣ ਗਿਆ, ਨਾਲੇ ਤਾਂ ਆਪਣੀ ਗੱਲ ਲੁਕ ਗਈ, ਨਾਲੇ ਆਪਾਂ ਹੱਥ ਖੜਾ ਗਏ ਤੇ ਆਪਣਾ ਪਰਦਾ ਰਹਿ ਗਿਆ। ਤੇ ਤੜਕੇ ਉੱਠੇ ਤੇ ਉਦੋਂ ਅੰਨ ਹੁੰਦਾ, ਕਿਹੜੀ ਆ ਚਾਹਾਂ ਚੂਹਾਂ ਆਉਂਦੀਆਂ, ਅੰਨ ਨਾ ਖਵਾਇਆ ਉਹਨੂੰ। ਸਾਲਾ ਕਹਿੰਦਾ ਚੱਲ ਖੇਤ 'ਚ ਲੱਗੇ ਆਈਏ, ਕਹਿੰਦਾ ਚੱਲ ਖੇਤ ਨੂੰ ਵਗ ਗਿਆ। ਖੇਤ ਨੂੰ ਗਿਆ, ਰਾਹ 'ਚ ਗੱਲਾਂ ਬਾਤਾਂ ਕਰਦੇ ਤੁਰੇ ਗਏ। ਕਹਿੰਦਾ ਯਾਰ ਬਾਪੂ ਬੜਾ ਬਚਿਆ ਰਾਤ ਹੈ। ਕਹਿੰਦੇ ਹੋਰ ਤਾਂ ਕਹਿੰਦਾ ਗੱਲ ਕਰ, ਬਿਜਲੀ ਮਿੱਠੀ ਦੀ ਤਾਂ ਬਚ ਗਿਆ। ਕਹਿੰਦਾ ਨਹੀਂ ਮਾਰ ਦਿੰਦੀ। ਕਹਿੰਦਾ ਵੱਜੀ ਤਾਂ ਸਿਰ 'ਚ ਬੁੜੇ ਦੇ। ਕਹਿੰਦਾ ਅੱਛਾ, ਕਹਿੰਦਾ ਹਾਂ। ਤੇ ਮੁਸ਼ਕੜੀਆਂ ਹੱਸੇ ਵੀ ਮਾਰੀ ਤਾਂ ਮਾਈ ਦੀ ਤੌੜੀ, ਬਿਜਲੀ ਭਾਂ ਕਿਹੜੀ ਦੀ। ਕਹਿੰਦਾ ਚੱਲ ਬਚ ਗਿਆ ਬੁੜਾ। ਕਹਿੰਦਾ ਮੁੰਡਾ ਇਹ ਮਾਰ ਦਿੰਦੀ ਆ, ਛੱਡਦੀ ਨਹੀਂ। ਉਹ ਕਹਿੰਦਾ ਨਹੀਂ ਮਿੱਠੀ ਕਰਕੇ ਛੱਡਤਾ, ਜੇ ਦੂਜੀ ਹੁੰਦੀ ਛੱਡਦੀ ਨਹੀਂ ਤੀ। ਖੇਤ ਫਿਰਦਾ ਰਿਹਾ, ਗੱਲਾਂ ਬਾਤਾਂ ਕਰਦਾ ਉਹਦੇ ਨਾਲ। ਹੱਥ ਨੇ ਘਰੇ ਆਏ ਘਰੇ ਤੇ ਭਾਈ ਕਹਿਣ ਲੱਗਿਆ ਕਿਉਂ ਬਾਪੂ ਕਿੰਨੀ ਕੁਛ ਬਾਹਲੀ ਛੱਟ ਤਾਂ ਨਹੀਂ ਮਾਰੀ। ਛੱਟ ਤਾਂ ਕਹਿੰਦਾ ਵੱਜ ਗਈ ਭਾਈ ਖਾਸੀ, ਗੱਲ ਕਰ ਮਿੱਠੀ ਕਰਕੇ ਬਚ ਗਿਆ, ਨਹੀਂ ਤਾਂ ਮਾਰ ਦਿੰਦੀ। ਸੌਰੀ ਵੱਜੀ ਕਪਾਲ 'ਚ ਆ ਗਿਆ। ਕਹਿੰਦਾ ਤੈਨੂੰ ਨਹੀਂ ਪਤਾ ਲੱਗਾ। ਕਹਿੰਦਾ ਮੈਨੂੰ ਤਾਂ ਵੱਜੀ ਦੀ ਪਤਾ ਲੱਗਿਆ, ਮੈਨੂੰ ਨਹੀਂ ਪਤਾ ਲੱਗਿਆ। ਉੱਧਰੋਂ ਲਸ਼ਕੀ, ਕਹਿੰਦਾ ਉੱਧਰੋਂ ਮੇਰੇ ਦੜਾਕ ਦੇ ਨੇ ਵੱਜੀ ਆ ਕੇ। ਮੈਂ ਤਾਂ ਕਹਿੰਦਾ ਕੇਰਾਂ ਸੁੰਨ ਕਰਤਾ, ਮੈਨੂੰ ਤਾਂ ਦਿਸਿਆ ਨਹੀਂ, ਬਾਅਦ 'ਚ ਪਤਾ ਸੁਰਤ ਜੀ ਆਈ ਆ। ਕਹਿੰਦਾ ਮੈਨੂੰ ਕੀ ਪਤਾ ਲੱਗਾ। ਕਹਿੰਦਾ ਮਾਰਤਾ ਤੀ ਸਹੁਰੇ ਦੀ ਨੇ। ਕਹਿੰਦਾ ਕਿੱਥੋਂ, ਰਾਤ ਨੂੰ ਮੈਂ ਬਾਹਰ ਨਿਕਲਿਆ ਕਣੀਆਂ 'ਚ, ਭਾਈ ਘਰ ਵਾਲੀ ਵੀ ਕਹੇ ਮੇਰਾ ਪਿਓ ਤਾਂ ਮਾਰਤਾ ਦੀ ਰਾਤ ਮਿੱਠੀ ਬਿਜਲੀ ਨੇ, ਤੈਨੂੰ ਨਹੀਂ ਪਤਾ ਲੱਗਿਆ।
ਕਹਿੰਦਾ ਮੈਨੂੰ ਪਤਾ ਲੱਗਾ ਜਦੋਂ ਰੌਲਾ ਜਿਹਾ ਪਿਆ ਮੈਂ ਉਦੋਂ ਬਾਹਰ ਨਿਕਲਿਆ ਸੀ ਵੀ ਬੁੜੇ ਤੇ ਬਿਜਲੀ ਡਿੱਗ ਪਈ, ਮਿੱਠੀ ਬਿਜਲੀ ਡਿੱਗ ਪਈ। ਗੱਲਾਂ ਕਰਦਾ ਭਾਈ ਦਿਨ ਲੰਘ ਗਿਆ। ਕਹਿੰਦਾ ਵੀ ਤਿਆਰੀ ਕਰ ਦਿਓ ਮੈਂ ਜਾਣਾ ਪਿੰਡ ਨੂੰ। ਸੱਸ ਕਹਿੰਦੀ ਤੂੰ ਭਾਈ ਅੱਜ ਦਾ ਦਿਨ ਹੋਰ ਰਹਿ ਪਾ, ਨਾਲੇ ਬੁੜਾ ਲੋਟ ਹੋ ਜੂ, ਅਜੇ ਬੁੜਾ ਸਮਾਰ ਕੇ ਲੋਟ ਨਹੀਂ ਹੋਇਆ। ਕਹਿੰਦਾ ਬਸ ਠੀਕ ਆ, ਬੁੜਾ ਤਾਂ ਹੁਣ ਲੋਟ ਆ, ਬਚ ਗਿਆ ਜੇ ਮਾਰ ਦਿੰਦੀ, ਹੁਣ ਨਹੀਂ ਇਹਨੂੰ ਕੁਛ ਹੁੰਦਾ। ਕਹਿੰਦਾ ਇਹ ਤਾਂ ਜਿਹੜਾ ਬਸ ਉਦੋਂ ਹੋ ਗਿਆ ਉਹ ਤਾਂ ਬਚ ਗਿਆ ਮਿੱਠੀ ਬਿਜਲੀ ਕਰਕੇ, ਜੇ ਕਹਿੰਦਾ ਕਦੇ ਦੂਜੀ ਉਹਦੀ ਫੇਰ ਤਾਂ ਇਹਨੂੰ ਤੁਰਤੀ ਮਾਰ ਦਿੰਦੀ। ਬੁੜੀ ਕਹਿੰਦੀ ਹਾਂ ਇਹਦੇ ਕਰਮਾਂ ਦੀ ਬਿਜਲੀ ਵੀ ਮਿੱਠੀ ਡਿੱਗੀ ਹੈ, ਬਚ ਗਿਆ ਭਾਈ, ਨਹੀਂ ਤਾਂ ਮਾਰਤਾ ਤੀਗਾ। ਅਤੇ ਕਹਿੰਦਾ ਨਾ ਹੁਣ ਨਹੀਂ ਕੁਛ ਹੁੰਦਾ, ਹੁਣ ਬੁੜੇ ਨੂੰ ਠੀਕ ਹੈ। ਵਗ ਗਿਆ ਪਿੰਡ, ਵਗ ਗਿਆ ਭਾਈ। ਜਾ ਕੇ ਘਰ ਵਾਲੀ ਕਹਿੰਦੀ ਬੇਬੇ ਆਪਦੀ ਸੱਸ ਨੂੰ ਮੇਰੇ ਬਾਪੂ ਦੇ ਤਾਂ ਨਾ ਮਿੱਠੀ ਬਿਜਲੀ ਡਿੱਗ ਪਈ। ਕਹਿੰਦੀ ਮਿੱਠੀ ਬਿਜਲੀ ਕਿ ਹਾਂ, ਅਖੇ ਮਿੱਠੀ ਬਿਜਲੀ ਤਾਂ ਮੈਂ ਕਦੇ ਸੁਣੀ ਨਹੀਂ, ਆ ਦੂਜੀ ਤਾਂ ਹੁੰਦੀ ਹੈ। ਕਹਿੰਦੀ ਹੈਗੀ ਤਾਂ ਦੂਜੀ ਦੀ ਪਰ ਮਿੱਠੀ ਤੀ, ਮੇਰੇ ਬਾਪੂ ਦੇ ਤਾਂ ਕਹਿੰਦੀ ਸਿਰ 'ਚ ਵੱਜੀ ਅਤੇ ਸਾਡੇ ਤਾਂ ਕਹਿੰਦੀ ਸਾਰਾ ਗੁਆੜ ਇਕੱਠਾ ਹੋ ਗਿਆ, ਬਚ ਗਿਆ ਗੱਲ ਕਰ। ਅਤੇ ਸਾਡਾ ਤਾਂ ਬੁੜਾ ਮਾਰਤਾ ਤੀ ਬਿਜਲੀ ਨੇ। ਅਤੇ ਕਹਿੰਦੀ ਇਹ ਕਿੱਥੇ ਸੀ? ਕਹਿੰਦੀ ਇਹ ਵੀ ਬਾਹਰ ਨਿਕਲਿਆ ਸੀ ਉਦੋਂ ਜੋ ਰੌਲਾ ਪਿਆ। ਕਹਿੰਦਾ ਮਨ ਤਾਂ ਬੇਬੇ ਉਦੋਂ ਪਤਾ ਲੱਗਾ ਜਦੋਂ ਰੌਲਾ ਪੈ ਗਿਆ, ਫਿਰ ਮੈਂ ਬਾਹਰ ਨਿਕਲਿਆ। ਭਾਈ ਬੁੜੀ ਦੇ ਸੱਸ ਨੂੰ ਗੱਲਾਂ ਕਰਨ ਉਹ ਹੱਸੇ ਵੀ ਭਾਂ ਤੂੰ ਮਿੱਠੀ ਬਿਜਲੀ ਕਿਹੜੀ ਤੀ ਮਾਈ ਦੀ। ਉਹਨੇ ਆਖਿਆ ਜੇ ਦੱਸਤਾ ਫਿਰ ਇਹ ਗਾਹਾਂ ਗੱਲ ਇਹ ਆਪਦੇ ਪਿਓ ਨੂੰ ਕਹੂਗੀ, ਉਹ ਕਹਿਣਗੇ ਤਾਂ ਮੂਰਖ ਹੀ ਆ, ਬੁੜਾ ਹੀ ਮਾਰਤਾ ਤੀ ਇਹਨੇ ਤਾਂ, ਕਿਹੋ ਜਿਹਾ ਕੁਛ ਕਰੀ ਬੈਠਾ। ਉਹਨੇ ਦੱਸਿਆ ਨਾ। ਭਾਈ ਕਿਸੇ ਸਿਆਣੇ ਬੰਦੇ ਕੋਲ ਬਹਿੰਦਾ ਉੱਠਦਾ ਹੁੰਦਾ, ਉਹ ਕਹਿੰਦਾ ਹੁੰਦਾ ਵੀ ਆਪਦਾ ਘਰ ਦਾ ਆਪਦਾ ਭੇਤ ਨਾ ਜਨਾਨੀ ਨੂੰ ਨਹੀਂ ਕਹਿੰਦਾ ਦੇਈਦਾ ਹੁੰਦਾ। ਕਹਿੰਦਾ ਜੇ ਇਹਨੂੰ ਭੇਤ ਦੇ ਦੇਣਾ ਤੇ ਗੱਲ ਖਜਮ ਨਹੀਂ ਆਉਂਦੀ, ਇਹ ਦੱਸਦੀ ਨਹੀਂ ਹੁੰਦੀ ਹੈ। ਉਹ ਕਹਿੰਦਾ ਗੱਲ ਪੱਕੀ ਆ ਬੁੜੇ ਦੀ, ਜੇ ਮੈਂ ਇਹਨੂੰ ਦੱਸਤਾ ਫਿਰ ਤਾਂ ਇਹ ਆਪਦੇ ਪਿਓ ਨੂੰ ਦੱਸੂ ਵੀ ਤੇਰੇ ਕਿਹੜੀ ਬਿਜਲੀ ਹੈ ਤਾਂ ਇਹਨੇ ਮਾਰਿਆ ਤੇ ਤੇਰੇ, ਵੀ ਬਦਨਾਮੀ ਹੋਊ ਆਪਣੀ, ਆਪਾਂ ਦੱਸਦੇ ਨਹੀਂ। ਭਾਈ ਚੁੱਪ ਰਿਹਾ ਜਦੋਂ। ਅਤੇ ਖੇਤ ਦੇ ਕੋਲ ਇੱਕ ਸੰਤਾਂ ਦਾ ਡੇਰਾ ਤੀ, ਉੱਥੇ ਜਾਂਦਾ ਜੂੰਦਾ, ਜਦੋਂ ਕਿਤੇ ਜਾਂਦਾ ਸੰਤਾਂ ਕੋਲ ਵਗ ਜਾਂਦਾ। ਵਗ ਉਹ ਕਹਿੰਦੇ ਬਸ਼ੀਰ ਭਾਈ ਹੁਣ ਤੂੰ ਕਿਤੇ ਗੇੜਾ ਹੀ ਨਹੀਂ ਮਾਰਿਆ ਡੇਰੇ ਇੱਥੇ ਸਾਡੇ ਕੋਲ, ਅੱਗੇ ਤੂੰ ਆ ਜਾਂਦਾ। ਕਹਿੰਦਾ ਬਾਬਾ ਮੈਂ ਸਹੁਰੀ ਵਗ ਗਿਆ ਤੀਗਾ ਅਤੇ ਉੱਥੇ ਮੈਨੂੰ 2-3 ਦਿਨ ਲੱਗ ਗਏ। ਬਾਬਾ ਮੈਂ ਤੈਨੂੰ ਕੀ ਗੱਲ ਦੱਸਾਂ, ਮੇਰੇ ਸਹੁਰੇ ਤਾਂ ਮਿੱਠੀ ਬਿਜਲੀ ਡਿੱਗ ਪਈ। ਸਾਧ ਕਹਿੰਦਾ ਮਿੱਠੀ ਬਿਜਲੀ ਤਾਂ ਅੱਜ ਸੁਣੀ ਆ ਮੈਂ, ਮਿੱਠੀ ਬਿਜਲੀ ਤਾਂ ਨਹੀਂ ਹੁੰਦੀ, ਦੂਜੀ ਤਾਂ ਭਾਈ ਹੁੰਦੀ ਆ, ਉਹ ਤਾਂ ਅੱਗ ਹੁੰਦੀ ਆ ਨਿਰੀ, ਮਿੱਠੀ ਕਿਹੜੀ ਹੁੰਦੀ ਹੈ। ਕਹਿੰਦਾ ਨਾ ਜੀ ਉਹਦੇ ਮਿੱਠੀ ਬਿਜਲੀ ਡਿੱਗ ਪਈ, ਬਚ ਗਿਆ ਗੱਲ ਕਰ, ਵੱਜੀ ਤਾਂ ਕਹਿੰਦਾ ਸਿਰ 'ਚ ਤੀ। ਸਾਧ ਕਹਿੰਦਾ ਕਮਾਲ ਦੀ ਗੱਲ ਆ ਯਾਰ, ਆ ਤਾਂ ਮੈਂ ਤੇਤੋਂ ਅੱਜ ਨਵੀਂ ਗੱਲ ਸੁਣੀ ਆ, ਮਿੱਠੀ ਬਿਜਲੀ ਡਿੱਗੀ ਤੀ। ਕਹਿੰਦਾ ਜੀ ਮਿੱਠੀ ਹੋ ਜਾਂਦੀ ਹੋਊ। ਕਹਿੰਦਾ ਮਿੱਠੀ ਕਾਹਦਾ, ਤਾਂ ਅੱਗ ਹੁੰਦੀ ਆ। ਕਹਿੰਦਾ ਭਾਈ ਅੱਗ ਨੇ ਕਾਹਦਾ ਮਿੱਠੀ ਹੋਣਾ। ਕਹਿੰਦਾ ਨਾ ਜੀ ਉਹ ਤਾਂ ਮਿੱਠੀ ਦੀ। ਚੱਲ ਸਾਧ ਕਹਿੰਦਾ ਆਪਾਂ ਕਾਹਨੂੰ ਮੱਥਾ ਮਾਰਨਾ, ਚੱਲ ਠੀਕ ਆ ਭਾਈ ਤੂੰ ਸਾਡੇ ਕੋਲ ਆਇਆ ਜਾਇਆ ਕਰ, ਤੂੰ ਤਾਂ ਉਹਨੂੰ ਹਟ ਗਿਆ, ਵਿਆਹ ਕਾਹਦਾ ਹੋਇਆ ਤੇਰਾ, ਤੂੰ ਤਾਂ ਕਹਿੰਦਾ ਤੀ ਬਾਬਾ ਮੈਂ ਤੇਰੀ ਸੇਵਾ ਕਰਿਆ ਕਰੂੰ, ਤੂੰ ਤਾਂ ਮੈਂ ਤੈਨੂੰ ਕਿਹਾ ਸੀ ਭਾਈ ਜੇ ਤੂੰ ਵਿਆਹ ਹੈਗਾ ਸਾਡੇ ਕੰਮ ਦਾ ਨਹੀਂ, ਨਾ ਮੈਂ ਘਰਦਿਆਂ ਦੇ ਕੰਮ ਦਾ ਰਹੇਗਾ, ਗੱਲ ਤਾਂ ਉਹੀ ਗਈ, ਤੂੰ ਤਾਂ ਉਹਨੂੰ ਹਟ ਗਿਆ। ਕਹਿੰਦਾ ਨਹੀਂ ਬਾਬਾ ਮੈਂ ਆਇਆ ਕਰੂ, ਵੀ ਮੈਂ ਨਾ ਸਹੁਰੀ ਖਾਸੇ ਦਿਨ ਲੱਗ ਗਏ ਸੀ ਮੈਨੂੰ, ਵੀ ਮੈਂ ਉੱਧਰ ਫਿਰਦਾ ਰਿਹਾ ਅਤੇ ਤੁਹਾਡੇ ਕੋਲ ਮਿਲ ਕੇ ਜਾਇਆ ਕਰੂੰ। ਭਾਈ ਗੱਲਾਂ ਬਾਤਾਂ ਸੰਤਾਂ ਕੋਲ ਜੋ ਖੇਤ ਜਾਇਆ ਕਰੇ, ਵਗ ਜਾ ਕਰੇ, ਗੱਲਾਂ ਬਾਤਾਂ ਕਰੀ ਜਾਇਆ ਕਰੇ। ਸੰਤਾਂ ਨੂੰ ਕਹਿੰਦਾ ਵੀ ਬਾਬਾ ਇੱਕ ਗੱਲ ਦੱਸ ਮੈਨੂੰ। ਕਹਿੰਦਾ ਹਾਂ ਦੱਸ। ਵੀ ਜਿਹੜੀ ਘਰ ਵਾਲੀ ਹੁੰਦੀ ਹੈ ਇਹਨੂੰ ਸਾਰੀ ਗੱਲ ਦਾ ਭੇਤ ਦੇ ਕਿ ਨਾ ਦੇਵੇ। ਸੰਤ ਕਹਿੰਦੇ ਭਾਈ ਸਾਰੀ ਗੱਲ ਦਾ ਭੇਤ ਨਹੀਂ ਦੇਈਦਾ ਹੁੰਦਾ, ਜਿਹੜਾ ਮਰਦ ਦੀ ਗੱਲ ਹੁੰਦੀ ਹੈ ਉਹ ਆਪਦੀ ਛੁਪਾ ਕੇ ਰੱਖਣੀ ਚਾਹੀਦੀ ਆ, ਜ਼ਿਆਦਾ ਭੇਤ ਨਹੀਂ ਦਿੰਦੇ ਹੁੰਦੇ। ਅਤੇ ਕਹਿੰਦਾ ਨਾ ਇਹ ਤੁਸੀਂ ਕਹਿੰਦੇ ਵੱਧ ਸਰੀਰੀ ਹੈ। ਕਹਿੰਦਾ ਸਰੀਰ ਤਾਂ ਹੁੰਦੀ ਹੈ ਪਰ ਜ਼ਿਆਦਾ ਪੜਦਾ ਦੱਸਣਾ, ਕਹਿੰਦਾ ਨਾ ਤਾਂ ਮਾਜਨਾ ਨਹੀਂ ਹੁੰਦਾ, ਦੱਸ ਵਹਿੰਦੀਆਂ ਨੇ ਗਾਹਾਂ ਦੀ ਗਾਹਾਂ, ਕਹਿੰਦਾ ਗੱਲ ਹੋ ਜਾਂਦੀ ਹੈ। ਕਹਿੰਦਾ ਠੀਕ ਆ ਬਈ ਸੰਤਾਂ ਨੇ ਵੀ ਕਿਹਾ ਆਪਾਂ ਦੱਸਦੇ ਨਹੀਂ, ਹੁਣ ਨਹੀਂ ਦੱਸਦੇ। ਕਹਿੰਦਾ ਸੰਤਾਂ ਨੇ ਪੱਕੇ ਕਰਤੇ ਵੀ ਜੇ ਦੱਸਦਾ ਰੌਲਾ ਪੈ ਜੂ, ਵੀ ਇਹ ਪੇਕੀ ਗੱਲ ਜਾਊ, ਗੱਲ ਤੇ ਉਹਦੇ ਆਪਣੀ ਮੇਰੀ ਤਾਂ ਬਦਨਾਮੀ ਹੋਊਗੀ, ਤਾਂ ਮੂਰਖੀ ਸੀ। ਚੁੱਪ ਕਰ ਗਿਆ, ਦੱਸਿਆ ਨਾ। ਭਾਈ ਸੰਤ ਕਹਿੰਦੇ ਕੀ ਗੱਲ ਆ ਐਂ ਪੁੱਛਦਾ ਤੂੰ। ਕਹਿੰਦਾ ਜੀ ਵੀ ਨਹੀਂ ਤੁਸੀਂ ਸਿਆਣੇ ਹੋ, ਤੁਹਾਡੇ ਕੋਲ ਆਉਂਦੇ ਜਾਂਦੇ ਹਾਂ ਅਸੀਂ, ਵੀ ਤਾਂ ਹੀ ਆ ਵੀ ਤੁਸੀਂ ਰਾਹ ਪਾਓ ਸਾਨੂੰ।
ਕਹਿੰਦਾ ਨਾ ਭਾਈ, ਆਪਦੇ ਦਿਲ ਦੀ ਗੱਲ ਨਾ ਜ਼ਿਆਦਾ ਨਹੀਂ ਇਹਨਾਂ ਨੂੰ ਦੱਸੀ ਦੀ ਹੁੰਦੀ, ਇਹਨਾਂ ਦੇ ਨਾਲ ਤਾਂ ਉਹਨਾਂ ਕੀ ਰੱਖੀਦਾ ਹੁੰਦਾ, ਇਹਨਾਂ ਦਾ ਮਾਜਨਾ ਨਹੀਂ ਹੁੰਦਾ, ਬੀਬੀਆਂ ਦਾ ਇਹਨਾਂ ਤੋਂ ਦੱਸਿਆ ਜਾਂਦਾ ਹੈ। ਕਹਿੰਦਾ ਠੀਕ ਹੈ। ਕਹਿੰਦਾ ਅਜੇ ਪਰਤਿਆ ਕੇ ਦੇਖ ਨਹੀਂ ਕਿਤੇ, ਜੇ ਤੈਨੂੰ ਬਾਹਲੀ ਸ਼ੱਕ ਹੈ ਵੀ ਸੱਚੀ ਗੱਲ ਆ ਕਿ ਝੂਠੀ ਹੈ। ਉਹ ਕਹਿੰਦਾ ਠੀਕ ਆ। ਉਹਨੇ ਕਿਹਾ ਵੀ ਸੰਤ ਕਹਿੰਦੇ ਦੀ ਪਰਤਿਆ ਕੇ ਦੇਖੀ, ਕਿਤੇ ਪਰਤਿਆ ਕੇ ਦੇਖੀਏ ਪਹਿਲਾਂ ਗੱਲ ਸੱਚੀ ਹੈ ਇਹ। ਕਿ ਹਾਂ, ਸੋਚਣ ਲੱਗ ਗਿਆ ਵੀ ਕਿਹੜੇ ਹਿਸਾਬ 'ਤੇ ਪਰਤਿਆਈਏ ਇਹਨੂੰ, ਘਰ ਵਾਲੀ ਨੂੰ, ਵੀ ਇਹ ਇਹਨਾਂ ਦਾ ਮਾਜਨਾ ਇਹਨਾਂ ਦੀ ਗੱਲ ਪਚਦੀ ਆ ਕਿ ਨਹੀਂ। ਉਹਨੇ ਪਰ ਸੋਚਿਆ, ਕੋਈ ਉਹਦੇ ਦਿਮਾਗ 'ਚ ਗੱਲ ਨਾ ਬੜੀ। ਦੂਜੇ ਤੀਜੇ ਦਿਨ ਸੰਤਾਂ ਕੋਲ ਖੇਰ ਵਾ ਗਿਆ, ਖੇਤ ਨੂੰ ਗਿਆ। ਕਹਿੰਦੇ ਆ ਬਈ, ਕਹਿੰਦਾ ਬਾਬਾ ਫਿਰ ਜੇ ਪਰਤਿਆਉਣੀ ਹੋਵੇ ਮੈਨੂੰ ਕੋਈ ਦੱਸਦਾ ਦੇ ਵੀ ਕਿਵੇਂ ਪਰਤਿਆਈ ਜਾਵੇ, ਮੈਂ ਦੇਖਣੀ ਆ ਪਰਤਿਆ ਕੇ। ਉਹ ਕਹਿੰਦਾ ਤੈਂ ਕੀ ਲੈਣਾ ਕਮਲਿਆ, ਬਾਹਲਾ ਵੀ ਪਰਤਿਆਵਾ ਮਾੜਾ ਹੁੰਦਾ। ਕਹਿੰਦਾ ਨਹੀਂ ਬਾਬਾ, ਥੋੜ੍ਹਾ ਜਿਹਾ ਨੁਕਸਾ ਜ਼ਿਆਦਾ ਦੇ ਦੇ, ਕੋਈ ਪਤਾ ਤਾਂ ਲੱਗ ਜੂ ਵੀ ਵਾਕਈ ਗੱਲ ਸੱਚੀ ਹੈ। ਉਹ ਕਹਿੰਦਾ ਨਹੀਂ, ਐਂ ਨਹੀਂ ਕਰਦੇ ਹੁੰਦੇ। ਸੰਤਾਂ ਨੇ ਮਗਰੋਂ ਜੋ ਲਾਇਆ ਵੀ ਇਹ ਤਾਂ ਮੂਰਖ ਹੈ, ਕੱਲ੍ਹ ਨੂੰ ਗੱਲ ਦਾ ਕੋਈ ਗੱਲ ਰੌਲਾ ਪੈ ਗਿਆ, ਆਖਰ ਨੂੰ ਗੱਲ ਕਹਿਣਗੇ ਸਾਧ ਨੇ ਦੱਸੀ ਤੀ, ਆਪਣੀ ਬਦਨਾਮੀ ਹੋਊ, ਅਗਲਾ ਕੋਈ ਸਾਧਾ ਤੂੰ ਚੰਗੀਆਂ ਕਿਤੇ ਤਾਂ ਦਿੰਦਾ ਜਵਾਕਾਂ ਨੂੰ। ਕਹਿੰਦਾ ਨਹੀਂ ਭਾਈ, ਇਹਨਾਂ ਨਾਲ ਜ਼ਿਆਦਾ ਨਹੀਂ ਕਰੀਦਾ ਹੁੰਦਾ ਹੈ, ਤੈਂ ਕਾਹਨੂੰ ਖਿਆਲ ਕੀਤਾ ਇਹ ਚੀਜ਼ ਦਾ, ਤੂੰ ਆਪਦੇ ਕੋਲੇ ਗੱਲ ਰੱਖ। ਕਹਿੰਦਾ ਚੰਗਾ। ਭਾਈ ਕੋਠੇ 'ਤੇ ਪਏ ਨੇ, ਜਨਾਨੀ ਨੂੰ ਕਹਿਣ ਲੱਗਿਆ, ਕਹਿੰਦਾ ਵੀ ਤੇਰਾ ਕਿੱਡਾ ਕਮਾ ਜਾਣਾ। ਕਹਿੰਦੇ ਕਿਉਂ? ਕਹਿੰਦਾ ਗੱਲ ਪਚ ਸਕਦੀ ਹੈ। ਕਹਿੰਦੀ ਕਿ ਪਚਣ ਨੂੰ ਕੀ ਹੈ ਗੱਲ, ਰੋਟੀ ਪਚ ਜਾਂਦੇ, ਗੱਲ ਨਹੀਂ ਪਚੂ। ਕਹਿੰਦਾ ਨਾ, ਕਹਿੰਦੇ ਨੇ ਕਿ ਬੁੜੀ ਦੀ ਗੱਲ ਨਹੀਂ ਪਚਦੀ ਹੁੰਦੀ। ਕਹਿੰਦੀ ਇਹ ਤਾਂ ਐਵੇਂ ਵਹਿਮ ਹੈ, ਵਿੱਚ ਬੰਦਿਆਂ ਦੇ ਕੀ ਪਚਦੀ ਹੈ, ਫਿਰ ਤੂੰ ਬੁੜੀਆਂ ਨੂੰ ਕਹੀ ਜਾਂਦਾ ਵਿੱਚ। ਹਾਂ, ਬੰਦਿਆਂ ਦੇ ਵੀ ਨਹੀਂ ਹੁੰਦੀ ਪਚਦੀ। ਗੱਲ ਸੁਣ ਕੇ ਹੱਥ ਨੂੰ ਪੜਾਕਾ ਪੈਣ ਵਾਲਾ ਹੋ ਜਾਂਦਾ, ਇਹ ਨਾਂ ਦੱਸਣ। ਕਹਿੰਦੀ ਇਹਦਾ ਨਾਂ, ਇਹਦਾ ਬਦਨਾਮ ਹੀ ਆ, ਬੁੜੀਆਂ ਨਾਲੋਂ ਵਿੱਚ ਬੰਦਿਆਂ ਦੇ ਵੀ ਨਹੀਂ ਪਚਦੀ, ਬੁੜੀਆਂ ਦੇ ਵੀ ਨਹੀਂ ਪਚਦੀ। ਵਿੱਚ ਬੰਦੇ ਵੀ ਇਹੋ ਜਿਹੇ ਨੇ ਜਿਹੜੇ ਨਾਂ ਦੱਸਣ, ਸਾਲ ਭਰ ਨਾਲ ਗੱਲ ਨੂੰ ਦੱਸਣ। ਵਿੱਚ ਕਹਿੰਦੀ ਬੁੜੀਆਂ ਵੀ ਇਹ ਜਿਹੜੀਆਂ ਸਾਲ ਨਾਲ ਦੱਸਣ, ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕਹਿੰਦਾ ਇਹ ਵੀ ਤੇਰੀ ਗੱਲ ਠੀਕ ਆ। ਕਹਿੰਦੀ ਤੈਨੂੰ ਕੀ ਵਹਿਮ ਹੈ? ਕਹਿੰਦੀ ਤੂੰ ਵਾਰ ਇਹ ਚੀਜ਼ ਨੂੰ ਕਿਉਂ ਪੁੱਛੀ ਜਾਂਦਾ? ਕਹਿੰਦਾ ਨਾ, ਮੈਂ ਤਾਂ ਊਂ ਨਹੀਂ ਪੁੱਛਿਆ। ਕਹਿੰਦੀ ਕੋਈ ਹੋਊਗੀ ਗੱਲ। ਕਹਿੰਦਾ ਨਹੀਂ ਭਾਈ, ਟਾਲਾ ਮਾਰਤਾ। ਉਹਨੇ ਆਖਿਆ ਵੀ ਹੁਣ ਤਾਂ ਇਹ ਪੁੱਛ ਕੇ ਹਟੂ ਵੀ ਦੱਸ ਕੀ ਗੱਲ ਹੈ, ਵੀ ਇਹਦੇ ਵਿੱਚ ਤਾਂ ਲੋਟ ਨਹੀਂ। ਟਾਲਾ ਮਾਰਿਆ, ਨਗਾਹ 'ਤੇ ਦਿਨ ਕੁਛ ਹੋਰ। ਭਾਈ ਜਨਾਨੀ ਗਾਹ ਕਰਨ ਲੱਗ ਗਈ ਵੀ ਕੋਈ ਗੱਲ ਹੈ ਜਿਹੜੀ ਇਹ ਵਾਰ ਇਹ ਗੱਲ ਪੁੱਛਦਾ ਦੀ। ਉਹ ਉਹਦੀ ਸੱਸ ਨੂੰ ਕਿਹਾ, ਕਹਿੰਦੀ ਤੇਰਾ ਪੁੱਤ ਬੜਾ, ਕਹਿੰਦੀ ਆਹ ਗੱਲਾਂ ਜਾਂ ਪੁੱਛਦਾ, ਗੱਲ ਕੀ ਹੈ? ਕਹਿੰਦੀ ਭਾਈ ਮੈਨੂੰ ਹੁਣ ਕੀ ਪਤਾ, ਮੈਂ ਤਾਂ ਕੁਛ ਨਹੀਂ ਕਹਿ ਸਕਦੀ, ਤੁਸੀਂ ਦੇਖੋ ਆਪਦਾ। ਕਹਿੰਦੀ ਮੈਨੂੰ ਕਈ ਵਾਰ ਐ, ਕਹਿੰਦੀ ਪਖਾਣੇ ਜੇ ਪਾਈ ਜਾਂਦਾ, ਕੋਈ ਹੈ ਤਾਂ ਬੇਬੇ ਗੱਲ ਕੋਈ ਇਹ ਜਿਹੜੀ ਐਂ ਪੁੱਛੀ ਜਾਂਦਾ। ਉਹ ਕਹਿੰਦੀ ਭਾਈ ਮੈਂ ਤੁਹਾਡੀ ਗੱਲ 'ਤੇ ਨਹੀਂ ਹੰਗਾਰਾ ਦਿੰਦੀ, ਤੁਸੀਂ ਤੀਵੀਂ ਪੁਰਸ਼ ਕੁਛ ਕਰੋ ਕੁਛ ਨਾ ਕਰੋ, ਮੇਰਾ ਹੱਕ ਨਹੀਂ ਤੁਹਾਡੇ ਨਾਲ ਇਹੋ ਜਿਹਾ ਵਟਾਂਦਰਾ ਕਰਨਾ। ਅਤੇ ਉਹਨੇ ਆਖਿਆ ਵੀ ਬੁੜੀ ਬੜੀ ਗੱਲ ਤਾਂ ਰਾਹ ਪਾਉਂਦੀ, ਵੀ ਕੋਈ ਗੱਲ ਤਾਂ ਹੋਊ ਵੀ ਜਿਹੜੀ ਬੁੜੀ ਵੀ ਟਾਲ ਗੱਲ ਕੱਢ ਕੇ ਕੋਈ ਗੱਲ ਹੋਊ। ਉਹ ਪੂਰਾ ਪਿੱਛਾ ਕਰਨ ਲੱਗ ਗਈ ਗੱਲ ਦਾ। ਉਹ ਜਦੋਂ ਵੀ ਬਾਤ ਆਇਆ ਕਰੇ ਪੁੱਛਿਆ ਕਰੇ ਵੀ ਇਹ ਗੱਲ ਕੀ ਹੈ, ਤੂੰ ਇਹਨੂੰ ਪੁੱਛਦਾ। ਉਹਨੇ ਆਖਿਆ ਬੜਾ ਹੈ ਤਾਂ ਹੁਣ ਇਹ ਵੀ ਮੰਗਰ ਪਏਗੀ ਭਾਈ, ਵੀ ਹੁਣ ਤੋਂ ਕਿਵੇਂ ਖੜਾ ਛੜਾਈਏ, ਜਦੋਂ ਰੋਜ਼ ਦੇ ਇਕੱਠੇ ਹੋਣਾ। ਉਹਨੇ ਗੱਲ ਬਹਾਨੇ ਨਾਲ ਉਹੀ ਤੋਰਨੀ ਵੀ ਉਹ ਗੱਲ ਕਿਵੇਂ ਹੈ ਤੂੰ ਪੁੱਛਦਾ ਹੁੰਦਾ। ਉਹ ਸੰਤਾਂ ਕੋਲੇ ਖੇਤ ਫੇਰ ਗਿਆ, ਕਹਿੰਦਾ ਬਾਬਾ ਮੈਂ ਤਾਂ ਫਸ ਗਿਆ। ਕਹਿੰਦਾ ਕਿਉਂ? ਕਹਿੰਦਾ ਹੁਣ ਤਾਂ ਮੈਂ ਜਿਹੜੀ ਗੱਲ ਪੁੱਛ ਬੈਠਾ, ਕਹਿੰਦਾ ਉਹ ਹੁਣ ਮੇਰੇ ਤੋਂ ਪੁੱਛੀ ਜਾਂਦੀ ਹੈ, ਮੈਂ ਹੁਣ ਕਿਵੇਂ ਕਰਾਂ? ਸੰਤ ਕਹਿੰਦੇ ਤੈਨੂੰ ਕਿਹਾ ਸੀ ਭਾਈ ਮਗਰਾ ਨਹੀਂ ਕਰੀਦਾ ਹੁੰਦਾ ਇਹ ਗੱਲ ਦਾ। ਕਹਿੰਦਾ ਇਹ ਤਾਂ ਗਾਓ ਪੈ ਜਾਣ ਮਾੜੀਆਂ ਹੁੰਦੀਆਂ, ਰਾਜ ਗਾਓ, ਬਾਲ ਗਾਓ, ਘੀਸ ਗਾਓ, ਤਿਰੀਆ ਗਾਓ। ਕਹਿੰਦਾ ਇਹਨਾਂ ਦੀ ਹਿੰਡ ਭੈੜੀ ਹੁੰਦੀ ਹੈ। ਕਹਿੰਦਾ ਬਾਬਾ ਪਰ ਗੱਲ ਤਾਂ ਹਿੰਡ ਵਾਲੀ ਹੋ ਗਈ। ਕਹਿੰਦਾ ਮੈਨੂੰ ਤਾਂ ਕਹਿੰਦਾ ਰੋਜ਼ਾਨਾ ਉਹਨੇ ਕੇਰਾਂ ਗੱਲ ਪੁੱਛਣੀ ਹੈ। ਕਹਿੰਦਾ ਮੈਂ ਹੁਣ ਕੀ ਦੱਸਾਂ? ਕਹਿੰਦਾ ਦੱਸ ਕੇ ਕੀ ਲੈਣਾ, ਟਾਲਾ ਫਾਲਾ ਮਾਰ ਦਿਆ ਕਰ ਇਹਨਾਂ ਨਾਲ, ਜ਼ਿਆਦਾ ਨਹੀਂ ਕਹਿੰਦਾ ਇਹੋ ਜਿਹਾ ਪੁੱਛ ਪਸਈਏ ਕਰਦੇ ਹੁੰਦੇ, ਤੂੰ ਕਬੀਲਦਾਰ ਬੰਦਾ ਹੈ। ਕਹਿੰਦਾ ਚੰਗਾ ਭਾਈ। ਬਾਹਰ ਅੰਦਰ ਸੰਤ ਕਹਿੰਦੇ ਮੁੰਡਿਆਂ ਮਾਂਡਿਆਂ 'ਚ ਬਹਿ ਜਾ ਕਰ, ਉਹਨੂੰ ਪਤਾ ਦੀ ਵੀ ਮੁੰਡਿਆਂ ਦੀਆਂ ਮੰਡਲੀਆਂ 'ਚ ਇਹਨੂੰ ਇਹੀਆਂ ਜਿਹੀਆਂ ਗੱਲਾਂ ਮਿਲਦੀਆਂ ਹੁੰਦੀਆਂ ਨੇ,
ਕਹਿੰਦਾ ਬਾਬਾ ਮੈਨੂੰ ਸੁਭਾਅ ਜਾ ਨਹੀਂ ਹੱਥ 'ਚ ਬੈਠਣ ਦਾ। ਕਹਿੰਦਾ ਨਹੀਂ ਬਹਿ ਜਾ ਕਰ, ਕੋਈ ਨਾ, ਮੁੰਡਿਆਂ ਖੁੰਡਿਆਂ 'ਚ ਬਹਿੰਦੇ ਹੁੰਦੇ ਨੇ। ਉਹਦਾ ਭਾਈ ਜਾ ਕੇ ਜਿੱਥੇ ਮੰਡੀ ਹੀਰ ਜੀ ਬਹਿੰਦੀ ਹੁੰਦੀ ਉੱਥੇ ਜਾ ਕੇ ਬਹਿ ਜਾ ਕਰੇ, ਮਾਰੀ ਜਾਇਆ ਕਰਨ ਗੱਲਾਂ, ਸੁਣਾ ਹੋਈ ਫਲਾਣੇ ਧਮਕਿਆ, ਸੁਣੀ ਜਾਇਆ ਕਰੇ ਉੱਥੇ ਰੋਜ਼ ਜਾਂ ਨਵੀਂ ਤੋਂ ਨਵੀਂ ਗੱਲ ਸੁਣਿਆ ਕਰੇ। ਕਹਿੰਦਾ ਬਈ ਹਾਂ ਇੱਥੋਂ ਗੱਲ ਪੱਲੇ ਪਊਗੀ। ਕਹਿੰਦਾ ਇੱਥੇ ਮੰਡੀ ਹੀਰ ਜੀ 'ਚ ਹੈਗਾ ਇਹੋ ਜਿਹਾ ਕੁਛ। ਉਹ ਕਿਉਂ ਜਿਹੀਆਂ ਜਿਹਾ ਅੱਡੋ ਅੱਡੀ ਜਿਹਾ ਕਿਸੇ ਦੇ ਦਿਮਾਗ 'ਚ ਆਉਣੀ ਗੱਲ ਕਰੀ ਜਾਣੀ। ਉਹ ਇੱਕ ਦਿਨ ਕਹਿਣ ਲੱਗਿਆ ਇਹਨਾਂ ਨੂੰ ਦੱਸਾਂ ਨਾ, ਫਿਰ ਉਹਨੇ ਸੰਗ ਗਿਆ। ਕਹਿੰਦਾ ਦੱਸਦੇ ਨਹੀਂ ਇਹਨਾਂ ਨੂੰ, ਜੇ ਦੱਸਦਾ ਫਿਰ ਐਂ ਟੀਚਰਾਂ ਕਰਨਗੇ, ਮਖੌਲ ਕਰਨਗੇ ਮੁੰਡੇ, ਆਪਾਂ ਨਹੀਂ ਇਹਨਾਂ ਨੂੰ ਗੱਲ ਦੱਸਦੇ। ਗੱਲ ਵੀ ਆਪਾਂ ਆਪਦੀ ਪੜਦੇ ਦੀ ਗੱਲ ਹੈ, ਕਿਸੇ ਤਨ ਪੱਤਣ ਲੱਗਣ ਵਾਲੀ ਦੀਦੀ ਨਹੀਂ, ਤਾਂ ਬਦਨਾਮੀ ਵਾਲੀ ਗੱਲ ਹੈ, ਇਹਦਾ ਲੋਟ ਨਹੀਂ ਆਉਣਾ। ਉਹ ਕਹਿਣ ਲੱਗਿਆ ਇੱਕ ਦਿਨ ਖੇਤ ਆਪਦਾ ਹਲ ਵਾਹੀ ਜਾਂਦਾ, ਘਰ ਵਾਲੀ ਰੋਟੀ ਲੈ ਕੇ ਵਗ ਗਈ। ਘਰ ਵਾਲੀ ਰੋਟੀ ਲੈ ਕੇ ਗਈ ਜਦੋਂ, ਕਹਿੰਦਾ ਵੀ ਕਹਿੰਦੀ ਆ ਜਾ ਰੋਟੀ ਖਾ ਲਾ। ਹਲ ਖੜਾ ਤਾਂ ਹਲ ਖੜਾ ਕੇ ਰੋਟੀ ਖਾਣ ਵਗ ਗਿਆ ਅਤੇ ਬਲਦਾਂ ਦੀ ਹਾਲੀ ਕੀਲੀ ਕੱਢ ਕੇ ਜਾਂਦਾ ਹੁੰਦਾ, ਕਿਉਂ ਵੀ ਮਗਰੋਂ ਕਈ ਵਾਰ ਨਾ ਬਲਦ ਰੋਟੀ ਖਾਣ ਵੇਲੇ ਬਲਦਾਂ ਨੂੰ ਝਾਕ ਹੁੰਦੀ, ਰੋਟੀ ਮਿਲਦੀ ਬਲਦਾਂ ਨੂੰ, ਇੱਕ ਰੋਟੀ ਜਾਂਦੀ ਘਰੋਂ ਵੇਹੀ ਨਾਲ ਵੀ ਰੋਟੀ ਪਾਊਗਾ, ਝਾਕੀ ਜਾਂਦੇ ਦੂਰੋਂ ਸਿਆਣ ਲੈਂਦੇ ਆਪਦੀ ਰੋਟੀ ਵਾਲੀ ਬੁੜੀ ਨੂੰ। ਬਲਦ ਉਹਦੀ ਹੌਲੀ ਹੋ ਜਾਂਦੇ ਵੀ ਰੋਟੀ ਵਾਲੀ ਆਉਂਦੀ ਹੈ। ਅਤੇ ਬਲਦ ਤਾਂ ਕਿਤੇ ਤੁਰ ਪਏ, ਜਦੋਂ ਹਲ ਖਿੱਚ ਲਿਆ ਭੱਜ ਕੇ ਗਿਆ, ਉਹ ਜਨਾਨੀ ਕਹਿੰਦੀ ਮੂਰਖਾਂ ਤੂੰ ਤਾਂ। ਕਹਿੰਦਾ ਕਿਉਂ? ਕਹਿੰਦੀ ਇਦੂ ਵੱਡਾ ਮੂਰਖ ਕੀ ਆ, ਕੀਲੀ ਨਹੀਂ ਕੱਢ ਕੇ ਜੇ ਬਲਦਾਂ ਦੇ ਚੌ ਵੱਜਦੀ। ਕਹਿੰਦਾ ਬੜੀ ਆ ਉਹ। ਕਹਿੰਦਾ ਮੇਰਾ ਤਾਂ ਇਹਨੂੰ ਕਿੱਥੋਂ ਪਤਾ ਲੱਗ ਗਿਆ ਵੀ ਇਹ ਮੂਰਖ ਹੈ। ਹਾਂ ਕਹਿੰਦਾ ਭਾਵੇਂ ਬਾਹਲੀ ਹੁਸ਼ਿਆਰ ਹੈ, ਮੈਂ ਤਾਂ ਇਹਦੀ ਮੈਂ ਇਹਨੂੰ ਪੁੱਛਣਾ ਕੀ ਦੀ। ਤਾਂ ਕਹਿੰਦਾ ਤੈਨੂੰ ਕੀ ਪਤਾ ਮੈਂ ਮੂਰਖਾਂ। ਕਹਿੰਦੀ ਲੈ ਹੋਰ ਕੀ, ਮੂਰਖਾਂ ਦੇ ਸਿੰਘ ਹੁੰਦੇ ਨੇ, ਇਦੂ ਵੱਡਾ ਮੂਰਖ ਕੀ ਆ। ਕਹਿੰਦੀ ਤੂੰ ਆਏ ਆ ਗਿਆ ਬਲਦਾ ਤੇ ਹਲ ਖਿੱਚ ਲਿਆ, ਜੇ ਚੌ ਵੱਜਦੀ ਹਲ ਖੜ ਗਿਆ ਹੁੰਦਾ। ਕਹਿੰਦੀ ਜੱਟ ਦਾ ਪੁੱਤਾਂ ਜਾਣਦਾ ਨਹੀਂ, ਸਿੱਖਿਆ ਨਹੀਂ, ਕੁਛ ਸਿਖਾਇਆ ਨਹੀਂ ਤੈਨੂੰ, ਕੀਲੀ ਕੱਢ ਕੇ ਆਉਂਦੇ ਨੇ ਹਾਲੀ। ਕਹਿੰਦੀ ਫੇਰ ਆਉਂਦੇ ਨੇ ਰੋਟੀ ਖਾਣ, ਤੂੰ ਤਾਂ ਮੂਰਖ ਹੈ। ਕਹਿੰਦਾ ਬੜੀ ਹੁਸ਼ਿਆਰ ਹੈ ਭਾ, ਮੈਨੂੰ ਮੇਰਾ ਪਤਾ ਲੱਗ ਗਿਆ ਵੀ ਇਹ ਮੂਰਖ ਹੈ। ਉਹ ਚੀਜ਼ ਦੀ ਚਿੰਤਾ ਹੋ ਗਈ ਪੂਰੀ ਵੀ ਬੜੀ ਜਨਾਨੀ ਚਲਾਕ ਹੈ। ਮੈਨੂੰ ਮੇਰਾ ਸਮਝ ਗਈ ਵੀ ਤਾਂ ਮੂਰਖ ਹੈ, ਮੈਥੋਂ ਤਾਂ ਕੋਈ ਗੱਲ ਨਹੀਂ ਸਮਝੀ ਗਈ, ਮੈਂ ਤਾਂ ਇਹਦਾ ਭੇਤ ਲੈਣ ਨੂੰ ਫਿਰਦਾ ਤੀ। ਭਾਈ ਕਿਸੇ ਸਿਆਣੇ ਬੁੱਢੇ ਨੂੰ ਪੁੱਛ ਲਿਆ। ਕਹਿੰਦਾ ਬਾਬਾ, ਹਾਂ ਭਾਈ ਦੱਸ। ਕਹਿੰਦਾ ਮੂਰਖ ਦੀ ਕੀ ਪਛਾਣ ਹੁੰਦੀ ਹੈ? ਬੁੱਢਾ ਕਹਿੰਦਾ ਮੂਰਖ ਦੀ ਪਛਾਣ ਤਾਂ ਭਾਈ ਨਿਰਾਲੀ ਹੁੰਦੀ ਹੈ। ਕਹਿੰਦਾ ਫੇਰ ਵੀ ਮੈਨੂੰ ਤਾਂ ਦੱਸਦਾ ਦੇ। ਕਹਿੰਦਾ ਮੂਰਖ ਕੌਣ ਹੁੰਦਾ ਹੈ, ਕਿਹਨੂੰ ਮੂਰਖ ਕਿਹਾ ਜਾਂਦਾ ਹੈ? ਕਹਿੰਦਾ ਤੈਨੂੰ ਕੀ ਗੱਲ ਹੋ ਗਈ, ਹੁਣ ਆਪ ਤਾਂ ਦੱਸੇ ਨੇ ਵੀ ਮੈਥੋਂ ਹੀ ਐਂ ਹੋਇਆ। ਉਹ ਕਹਿੰਦਾ ਨਹੀਂ ਬਾਬਾ ਬਣ ਕੇ ਦੱਸ ਮੈਨੂੰ। ਉਹ ਕਹਿੰਦਾ ਤੈਂ ਸ਼ੇਰਾ ਕੀ ਲੈਣਾ? ਕਹਿੰਦਾ ਨਹੀਂ, ਕਹਿੰਦਾ ਮੂਰਖ ਉਹ ਹੁੰਦਾ ਜਿਹੜਾ ਅਣਹੋਈ ਕਰਦੇ। ਕਹਿੰਦਾ ਅਣਹੋਈ ਦਾ ਕੀ ਮਤਲਬ, ਮੈਨੂੰ ਤਾਂ ਕੋਈ ਸਮਝ ਨਹੀਂ ਆਈ। ਕਹਿੰਦਾ ਜਿਹੜੀ ਨਾ ਹੁੰਦੀ ਹੋਵੇ ਉਹ ਕਰਦੇ, ਉਹਨੂੰ ਨਾਲ ਮੂਰਖ ਹੁੰਦਾ। ਕਹਿੰਦਾ ਅੱਛਾ। ਕਹਿੰਦਾ ਹਾਂ। ਫਿਰ ਉਹ ਸੋਚਿਆ, ਕਹਿੰਦਾ ਵੀ ਆਪਾਂ ਅਣਹੋਈ ਫਿਰ ਕਰਤੀ ਗੱਲ ਬੁੜੇ ਦੀ ਪੱਕੀ ਹੈ ਵੀ ਆਪਾਂ ਕੀਲੀ ਨਹੀਂ ਕੱਢੀ ਬਲਦਾਂ ਦੀ। ਕਹਿੰਦਾ ਹੁਣ ਤੂੰ ਦੱਸਦਾ, ਤੂੰ ਪੁੱਛਦਾ। ਕਹਿੰਦਾ ਬਾਬਾ ਮੈਥੋਂ ਹੀ ਅਣਹੋਈ ਹੋ ਗਈ। ਕਹਿੰਦਾ ਕਿਵੇਂ? ਕਹਿੰਦਾ ਮੈਂ ਹਲ ਵਾਹੁੰਦਾ ਤੀ, ਘਰ ਵਾਲੀ ਰੋਟੀ ਲੈ ਕੇ ਵਗ ਗਈ। ਕਹਿੰਦਾ ਮੈਂ ਕੀਲੀ ਕੱਢਣੋਂ ਭੁੱਲ ਗਿਆ। ਕਹਿੰਦਾ ਬਲਦ ਤਾਂ ਕਿਤੇ ਦੋ ਕਰਮਾਂ ਪੱਟ ਲੀਆਂ। ਕਹਿੰਦਾ ਉਹ ਮੈਨੂੰ ਕਹਿੰਦੀ ਤੂੰ ਤਾਂ ਮੂਰਖ ਹੈ। ਕਹਿੰਦਾ ਪਰ ਵਾਕਈ ਸਹੀ ਹੈ ਭਾਈ, ਤੈਂ ਅਣਹੋਈ ਕਰੀ ਹੈ ਬਲਦਾਂ ਦੇ। ਉਹ ਤਾਂ ਸਿਆਣੀ ਹੈ ਜਿਹਨੇ ਤੇ ਸੋਚ ਲਿਆ ਬਲਦ ਦੇ ਚੌ ਵੱਜਦੀ ਤੇਰਾ ਹਲ ਖੜ ਜਾਂਦਾ। ਫਿਰ ਬਜਾਈ ਤੋਂ ਰਹਿ ਜਾਂਦਾ, ਲੇਟ ਬਜਾਈ ਹੋ ਜਾਂਦੀ, ਉਸੇ ਨੂੰ ਮੂਰਖ ਕਹਿੰਦੇ ਨੇ। ਕਹਿੰਦਾ ਜਿਹੜਾ ਅਣਹੋਈ ਕਰਦਾ। ਕਹਿੰਦਾ ਠੀਕ ਆ। ਕਹਿੰਦਾ ਜੀ ਬਾਬਾ ਹੁਣ ਮੈਂ ਕੰਨਾਂ ਨੂੰ ਹੱਥ ਲਾ ਲਏ ਅਤੇ ਹੁਣ ਇੱਦੋਂ ਮੁੜ ਕੇ ਮੈਂ ਨਹੀਂ ਐਂ ਕਰਦਾ, ਬਸ ਮੈਨੂੰ ਪਤਾ ਲੱਗ ਗਿਆ। ਮੈਨੂੰ ਤਾਂ ਪਤਾ ਨਹੀਂ ਤੀ ਮੂਰਖ ਕਿਹਨੂੰ ਕਹਿੰਦੇ ਨੇ। ਕਹਿੰਦਾ ਆਹੀ ਹੈ, ਤੂੰ ਹੀ ਮੂਰਖ ਹੈ, ਹੋਰ ਕੋਈ ਮੂਰਖ ਦੇ ਸਿੰਘ ਨਹੀਂ ਹੁੰਦੇ। ਤੂੰ ਮੂਰਖਾਂ ਵਾਲਾ ਕੰਮ ਕੀਤਾ, ਬਲਦਾਂ ਦੇ ਚੌ ਮਰਵਾਤੀ ਤੀ। ਕਹਿੰਦਾ ਠੀਕ ਆ ਭਾਈ। ਘਰ ਵਾਲੀ ਨੂੰ ਕਹਿਣ ਲੱਗਾ ਵੀ ਗੱਲ ਤੇਰੀ ਸੱਚੀ ਹੈ, ਵੀ ਮੈਨੂੰ ਇੱਕ ਬੁੜੇ ਨੇ ਵੀ ਦੱਸਿਆ। ਕਹਿੰਦੀ ਉਹ ਝੂਠੀ ਤਾਂ ਨਹੀਂ ਗੱਲ ਹੈਗੀ, ਤਾਂ ਕੰਮ ਹੀ ਮੂਰਖਾਂ ਵਾਲਾ ਕੀਤਾ। ਜਦੋਂ ਤੂੰ ਮੂਰਖੀ ਆ ਫਿਰ ਹੋਰ ਮੈਂ ਕੀ ਤੈਨੂੰ ਕੀ ਕਹਾਂ, ਤੈਨੂੰ ਸਿਆਣਾ ਕਹਾਂ।
ਹਲ ਖੜ ਗਿਆ ਹੁੰਦਾ, ਬੈਠਾ ਰਹਿੰਦਾ, ਪਜਈ ਲੰਘ ਜਾਂਦੀ, ਬਲਦ ਦੇ ਗਿੱਟੇ ਨੂੰ ਆਰਾਮ ਨਹੀਂ ਤੀ ਆਉਣਾ, ਚੌ ਪਾੜ ਦਿੰਦੀ ਬਲਦ ਦਾ ਪੈਰ। ਹਾਲੀ ਦਾ ਹੱਕ ਹੁੰਦਾ, ਕਹਿੰਦੀ ਕੀਲੀ ਕੱਢ ਕੇ ਆਉਣਾ। ਬਲਦ ਗਿੱਜੇ ਨੇ ਰੋਟੀ ਖਾਣ, ਬਲਦਾਂ ਨੇ ਤਾਂ ਤੁਰਨਾ ਹੀ ਸੀਗਾ। ਕਹਿੰਦਾ ਠੀਕ ਆ, ਆਪਦੀ ਮਾਂ ਨੂੰ ਕਹਿੰਦਾ ਬੇਬੇ ਤੇਰੀ ਨੂੰਹ ਸਿਆਣੀ ਬਹੁਤ ਆ। ਕਹਿੰਦੀ ਕਿਉਂ, ਕੀ ਤਾਂ ਦੇਖ ਲਿਆ ਸਿਆਣਪ ਪਰ? ਕਹਿੰਦਾ ਨਹੀਂ ਬੇਬੇ ਬਹੁਤ ਸਿਆਣੀ ਆ। ਕਹਿੰਦੀ ਕੀ ਦੱਸੇ ਹੈ ਨਾ ਵੀ ਮੈਥੋਂ ਆਹ ਕੁਛ ਹੋਇਆ? ਕਹਿੰਦਾ ਨਹੀਂ ਬੇਬੇ ਬਹੁਤ ਸਿਆਣੀ ਆ। ਕਹਿੰਦੀ ਮਰ ਜਾਣਾ, ਦੱਸਦਾ ਦੇ ਮੈਨੂੰ, ਸਿਆਣੀ ਸਿਆਣੀ ਕਹੀ ਜਾਣਾ, ਕੀ ਸਿਆਣਪ ਦੇਖ ਲਈ ਤਾਂ ਉਹਦੀ? ਕੱਲ੍ਹ ਤਾਂ ਆਈ ਐਡੀ ਛੇਤੀ ਤੂੰ ਉਹਨੂੰ ਸਰਾਉਣ ਲੱਗ ਗਿਆ। ਉਹ ਕਹਿੰਦਾ ਨਹੀਂ ਬੇਬੇ ਬਹੁਤ ਸਿਆਣੀ ਹੈ। ਬੁੜੀ ਕਹਿੰਦੀ ਫਿਰ ਮੈਨੂੰ ਤਾਂ ਦੱਸ ਦੇ ਕੀ ਸਿਆਣਪ ਹੈਗੀ? ਤੂੰ ਤਾਂ ਕਹਿੰਦਾ ਆਉਂਦਾ ਬੁੜੀ ਆ ਜਨਾਨੀ ਪੈਰ ਦੀ ਜੁੱਤੀਆਂ ਧਮਕੜੀਆਂ। ਕਹਿੰਦੀ ਤੂੰ ਤਾਂ 3 ਮਹੀਨੇ ਵੀ ਨਹੀਂ ਕੱਟੇ ਪਹਿਲਾਂ ਹੀ ਸਰਾਉਣ ਲੱਗ ਗਿਆ। ਤੇਰੇ ਪਿਓ ਵਰਗੇ ਤਾਂ ਕਹਿੰਦੇ ਸਾਨੂੰ ਹਜੇ ਝਾੜ ਦਿੰਦੇ ਨੇ, ਬੁੜੇ ਹੋਏ ਬੈਠੇ ਨੇ। ਕੋਨਾ ਬੁੜਾ ਹੀ ਮੂਰਖ ਹੋਊਗਾ, ਮਰੀ ਜਾਂਦੇ। ਬੇਬੇ ਸਿਆਣੀ ਬਹੁਤ ਆ ਉਹ। ਬੁੜੀ ਕਹਿੰਦੀ ਦੱਸਦਾ ਦੇ ਫਿਰ ਮੈਨੂੰ, ਸਿਆਣਪ ਤਾਂ ਦੱਸ ਦੇ। ਅਤੇ ਨਾ ਬਸ਼ਰਮ ਹੁੰਦਾ ਦੱਸੇ, ਵੀ ਜੇ ਮੈਂ ਦੱਸਿਆ ਬੁੜੀ ਵੀ ਛਿੱਤਰ ਲਾਊ। ਕਹਿੰਦਾ ਉਹਦੀ ਨੂੰਹ ਨੂੰ ਹੀ ਪੁੱਛ ਲਈ। ਕਹਿੰਦੀ ਚੰਗਾ ਭਾਈ। ਬੁੜੀ ਜਦੋਂ ਹੱਥ ਨੇ ਇਕੱਠੀਆਂ ਹੋਈਆਂ, ਬੁੜੀ ਕਹਿੰਦੀ ਕੁੜੇ ਮੈਨੂੰ ਐਂ ਦੱਸ, ਤੈਨੂੰ ਬਲਾ ਸਿਆਣੀ ਸਿਆਣੀ ਕਹਿੰਦਾ, ਤੇਰੇ 'ਚ ਕੀ ਸਿਆਣਪ ਦੇਖ ਲਈ ਉਹਨੇ? ਉਹ ਸਮਝ ਗਈ ਵੀ ਗੱਲ ਉਹੀ ਆ। ਉਹ ਕਹਿੰਦੀ ਬੇਬੇ ਚੱਲ 20 ਗੱਲਾਂ ਹੁੰਦੀਆਂ, ਕੀ ਤੈਨੂੰ ਦੱਸਾਂ ਮੈਂ, ਤੇਰਾ ਪੁੱਤ ਹੈ ਫਿਰ ਤੂੰ ਗੁੱਸਾ ਮੰਨੇਗੀ। ਕਹਿੰਦੀ ਨਾ ਗੁੱਸਾ ਨਹੀਂ, ਤੈਨੂੰ ਤਾਂ ਬਲਾ ਅਸਰ ਆਉਂਦਾ। ਬੜੀ ਬੇਬੇ ਸਿਆਣੀ ਆ, ਤਾਂ ਬੇਬੇ ਬੜੀ ਸਿਆਣੀ ਹੈ। ਕੀ ਸਿਆਣਪ ਦਿਖਾ ਦੀ? ਕਹਿੰਦੀ ਤਾਂ ਉਹਨੂੰ ਇਹੀ ਜੀ। ਉਹ ਕਹਿੰਦੀ ਪਹਿਲਾਂ ਤਾਂ ਕਸੂਰ ਬੇਬੇ ਸੋਡਾ ਹੈਗਾ, ਮੇਰੇ ਬਾਪੂ ਦਾ ਅਤੇ ਤੇਰਾ ਹੈ। ਕਹਿੰਦੀ ਕਿਉਂ ਸਾਡਾ ਕਸੂਰ ਕਾਹਦਾ ਹੈ? ਕਹਿੰਦੀ ਜਿਹਨੇ ਤੁਸੀਂ ਇਹੋ ਜਿਹੀਆਂ ਗੱਲਾਂ ਨਹੀਂ ਸਿਖਾਇਆ ਉਹ। ਕਿਉਂ? ਕਹਿੰਦੀ ਹਲ ਤਾਂ ਸਿਖਾਇਆ ਤਾ ਕਿ ਹਾਂ ਹਲ ਦੇ, ਕਹਿੰਦੀ ਫਿਰ ਹੋਰ ਬੱਸ ਹਲ ਦੇ ਚਲਾਉਣ ਦੇ, ਹਲ ਦੇ ਰੋਕਣ ਦੇ, ਹਲ ਦੇ ਹੋਰ ਕੁਛ ਦੱਸਿਆ ਦੀ? ਬਾਪੂ ਨੇ ਹਲ ਤਾਂ ਸਿਖਾਇਆ ਤਾ। ਕਹਿੰਦੀ ਹੋਰ ਕੀ ਫਿਰ ਹਲ ਸਿਖਾਇਆ ਤਾ ਵੀ ਭਈ ਐਂ ਸਿੱਧਾ ਰੱਖੀਆਂ, ਐਂ ਬੀ ਪਾਈਆਂ, ਐਂ ਬਾਹ ਲਈ, ਐਂ ਕੀਲੀਆਂ ਪਾ ਲਈ। ਕਹਿੰਦੀ ਹੋਰ ਬਸ ਮੁੱਕ ਗਿਆ ਹਲ ਦਾ ਕੰਮ? ਬੁੜੀ ਕਹਿੰਦੀ ਮੁੱਕੀ ਗਿਆ, ਹੋਰ ਕੀ ਆ, ਜੋੜਨ ਸਿਖਾਇਆ ਤਾ ਵੀ ਭਾਈ ਐਂ ਕੀਲੀ ਪਾ ਲਈ, ਐਂ ਵਾਹ ਲਈ, ਐਂ ਬੀਜ ਪਊਗਾ, ਐਂ ਪੋਰ ਵੱਢ ਲੂੰਗਾ। ਕਹਿੰਦੀ ਹੋਰ ਕੀ ਹੁੰਦਾ? ਕਹਿੰਦੀ ਹੋਰ ਵੀ ਕੁਛ ਹੋਊਗਾ। ਭਾਈ ਬੁੜੀ ਦੇ ਦਿਮਾਗ 'ਚ ਬਿਨਾਂ ਗੱਲ ਆ ਬੀਬੀ, ਹੋਰ ਕੀ ਕਹਿੰਦੀ ਇਹ? ਉਹ ਕਹਿੰਦੀ ਹੋਰ ਤਾਂ ਕੁਛ ਨਹੀਂ, ਹਲ ਦਾ ਸਾਰਾ ਕੁਛ ਦੱਸਤਾ ਤੇਰੇ ਪਿਓ ਨੇ ਇਹਨੂੰ, ਨਾਲ ਫਿਰ ਕੇ ਸਿਖਾਇਆ। ਬੀਜ ਵੀ ਲੈਂਦਾ, ਵਾਹ ਲੈਂਦਾ, ਸਾਰਾ ਕੁਛ ਕਰ ਲੈਂਦਾ, ਬਿਜਾਈ ਬਜੂਈ ਕਰਦਾ। ਕਹਿੰਦੀ ਕਰਦਾ ਤਾਂ ਹੈਗਾ, ਹਲ ਦਾ ਸਾਰਾ ਸਮਾਨ ਨਹੀਂ ਬੇਬੇ ਸਿਖਾਇਆ। ਕਹਿੰਦੀ ਸਾਰਾ ਹਲ ਦਾ ਸਮਾਨ ਸਿਖਾਇਆ ਤਾਂ? ਕਹਿੰਦੀ ਬੁੜੀ ਨੇ ਆਖਿਆ ਚੱਲ ਮੈਂ ਬੁੜੇ ਨੂੰ ਪੁੱਛੂ। ਕਹਿੰਦੀ ਚੰਗਾ ਤੈਨੂੰ ਮੈਂ ਕੱਲ੍ਹ ਨੂੰ ਦੱਸੂ ਫਿਰ। ਕਹਿੰਦੀ ਦੱਸ ਦੀ। ਭਾਈ ਬੁੜੀ ਨੇ ਬੁੜੇ ਨੂੰ ਕਹਿੰਦੀ ਗੱਲ ਦੱਸ ਇੱਕ ਮੈਨੂੰ। ਕਹਿੰਦਾ ਕੀ? ਕਹਿੰਦੀ ਆਪਣਾ ਮੁੰਡਾ ਤਾਂ ਹਲ ਸਿਖਾਇਆ। ਕਹਿੰਦਾ ਹਾਂ ਬਿਜਾਈ ਕਰਦਾ, ਵਧੀਆ ਕੰਮ ਜਾਣਦਾ ਹਲ। ਕਹਿੰਦੀ ਨੂੰ ਕਹਿੰਦੀ ਸਾਰਾ ਕੁਛ ਨਹੀਂ ਹਲ ਦਾ ਸਿਖਾਇਆ, ਕੀ ਰਹਿ ਗਿਆ ਸਿਖਾਉਣ ਕਰਨੀਓ? ਕਹਿੰਦਾ ਨਾ ਸਿਖਾਉਣ ਕਰਨੀਓ ਕੋਈ ਸਾਰਾ ਸਿਖਾਇਆ ਉਹਨੂੰ ਵੀ ਭਾਈ ਐਂ ਜੋੜ, ਐਂ ਹਲ ਨਾੜ ਪੁਰਾਣੀ ਪਾ, ਐਂ ਕਰ ਐਂ ਕਰ। ਕਹਿੰਦੀ ਤੂੰ ਤਾਂ ਮੰਨਦੀ ਨਹੀਂ। ਕਹਿੰਦੀ ਸਾਰਾ ਹਲ ਦਾ ਸਮਾਨ ਹੀ ਨਹੀਂ ਸਿਖਾਇਆ, ਮੂਰਖ ਹੈ ਤਾਂ। ਬੁੜਾ ਕਹਿੰਦਾ ਕਮਾਲ ਹੋ ਗਈ, ਰਹਿ ਕੀ ਗਿਆ ਹਲ ਦਾ? ਕਹਿੰਦਾ ਇਹੋ ਜਿਹਾ ਕੁਛ ਸਾਰਾ ਉਹਨੂੰ ਦੱਸਿਆ ਵੀ ਭਾਈ ਕੁਹਾੜੀ ਖੇਤ ਲੈ ਕੇ ਜਾ, ਚੌ ਉਖੜ ਜਾਂਦੀ ਹੈ, ਪਾਲ ਲਾਉਣੀ ਪੈ ਜਾਂਦੀ ਹੈ, ਕੋਈ ਕੀਲੀ ਟੁੱਟ ਜੇ ਵੱਢ ਕੇ ਕੀਲੀ ਨਵੀਂ ਪਾਉਣੀ ਪੈ ਜਾਂਦੀ ਹੈ, ਸਾਰਾ ਦੱਸਿਆ ਵੈ। ਕਹਿੰਦੀ ਨਾ ਮੰਨਦੀ ਨਹੀਂ। ਕਹਿੰਦਾ ਬੁੜਾ ਕਹਿੰਦਾ ਮੇਰੇ ਵੀ ਦਿਮਾਗ 'ਚ ਨਹੀਂ ਕੁਛ ਨਹੀਂ, ਕਹਿੰਦਾ ਹੋਰ ਤਾਂ ਰਿਹਾ। ਕਹਿੰਦੇ ਬੁੜਾ ਕਹਿੰਦਾ ਫਿਰ ਤੂੰ ਐਂ ਕਰ, ਤੂੰ ਹੀ ਉਹਨੂੰ ਪੁੱਛ ਲੈ ਵੀ ਤੂੰ ਦੱਸ ਦੇ ਕੀ ਰਹਿ ਗਿਆ, ਜੇ ਬੁੜਾ ਭੁੱਲ ਗਿਆ ਤੀ। ਕਹਿੰਦੀ ਨਾ ਉਹ ਤਾਂ ਕਹਿੰਦੀ ਤੁਸੀਂ ਮੂਰਖੋ ਜਿਹਨਾਂ ਨੇ ਸਾਰਾ ਹਲ ਦਾ ਸਮਾਨ ਹੀ ਨਹੀਂ ਇਹਨੂੰ ਸਿਖਾਇਆ, ਹਲ ਵਾਹੁਣ ਜੱਟ ਦਾ ਪੁੱਤ ਹੈ। ਕਹਿੰਦੀ ਮੇਰੇ ਤਾਂ ਉੱਤੋਂ ਦੀ ਪਈ ਖੜੀ ਹੈ ਬੁੜੀ ਤਾਂ ਨੂੰ ਤਾਂ ਕਹਿੰਦੀ ਮੁੰਡਾ ਹੈ ਉਹਨੂੰ ਨਹੀਂ ਗੱਲ ਕਰਨ ਹੁੰਦੀ। ਕਹਿੰਦਾ ਮੇਰੇ ਤਾਂ ਆਪ ਨਹੀਂ ਦਿਮਾਗ 'ਚ ਰਹਿੰਦਾ ਹਲ ਦਾ, ਹੋਰ ਕੀ ਰਹਿ ਗਿਆ? ਕਹਿੰਦਾ ਸਾਰਾ ਕੁਛ ਦੱਸਤਾ। ਕਹਿੰਦਾ ਤੂੰ ਐਂ ਕਰੋ ਉਸੇ ਨੂੰ ਪੁੱਛ ਲੈ ਵੀ ਭਾਈ ਤੂੰ ਦੱਸ ਦੇ, ਬੁੜੇ ਦਾ ਤਾਂ ਹੁਣ ਦਿਮਾਗ ਨਹੀਂ ਕੰਮ ਕਰਦਾ, ਵੱਡਾ ਸਰੀਰ ਹੋਇਆ। ਕਹਿੰਦੀ ਚੰਗਾ ਭਾਈ ਆ ਗਈ ਨੂੰ, ਇਕੱਠੀਆਂ ਹੋ ਗਈਆਂ, ਬਹਿ ਗਈਆਂ, ਗੱਲਾਂ ਬਾਤਾਂ ਕਰੀਆਂ। ਕਹਿੰਦੀ ਲੈ ਕੋੜੇ ਮੈਂ ਤੇਰੇ ਸਹੁਰੇ ਨੂੰ ਵੀ ਪੁੱਛ ਲਿਆ,
ਕਹਿੰਦੀ ਉਹਦਾ ਤਾਂ ਦਿਮਾਗ ਨਹੀਂ ਕੰਮ ਕਰਦਾ, ਹੁਣ ਬੁੜਾ ਹੋ ਗਿਆ, ਦੱਸ ਕੀ ਫਰਕ ਰਹਿ ਗਿਆ। ਕਹਿੰਦੀ ਇਹ ਫਿਰ ਸਾਰਾ ਕੁਝ ਸਿਖਾਇਆ ਜਦੋਂ ਬਲਦ ਖੜਾਉਣੇ ਨੇ, ਕਹਿੰਦੀ ਕੀਲੀ ਕੱਢਣ ਨਹੀਂ ਸਿਖਾਇਆ। ਕਹਿੰਦੀ ਅੱਛਾ, ਕਹਿੰਦੀ ਹਾਂ, ਕਹਿੰਦੀ ਬਿਨਾਂ ਕੀਲੀ ਤੋਂ ਹਲ ਛੱਡਤਾ, ਕਹਿੰਦੀ ਬਲਦ ਤੁਰ ਪਏ ਚੌਬੈਲ ਦੇ ਬਲਦ ਦੇ, ਕਹਿੰਦੀ ਜੇ ਭੱਜ ਕੇ ਜਾ ਕੇ ਕੀਲੀ ਨਾ ਕੱਢਦਾ। ਕਹਿੰਦੀ ਜੈ ਵੱਡੇ ਦੇ ਬੜਾ ਨੁਕਤਾ ਫੜਿਆ ਤਾ ਤਾਹ ਭਈ ਬੁੜੇ ਨੂੰ। ਕਹਿੰਦੀ ਗੱਲ ਤਾਂ ਪੱਕੀ ਆ, ਇੱਕ ਗੱਲ ਨਹੀਂ ਪਤਾ ਸਿਖਾਈ ਮੁੰਡੇ ਨੂੰ। ਕਹਿੰਦਾ ਕੀ? ਕਹਿੰਦੀ ਜਦੋਂ ਹਲ ਖੜਾਉਂਦੇ ਨੇ ਕੀਲੀ ਕੱਢਣ ਨਹੀਂ ਸਿਖਾਇਆ। ਕਹਿੰਦਾ ਉਹ ਤਾਂ ਆਪ ਸੋਚਦਾ, ਕਹਿੰਦੀ ਨੂੰ, ਕਹਿੰਦੀ ਆਹ ਨਹੀਂ, ਕਹਿੰਦੀ ਬਲਦ ਦੇ ਚੌ ਵੱਜਣੀ ਦੀ, ਕਹਿੰਦੀ ਬਲਦਾਂ ਨੂੰ ਜ਼ਿਕਰ ਛੱਡ ਕੇ ਆ ਗਿਆ। ਕਹਿੰਦਾ ਹੈਗੀ ਕਰਸਾਨਾਂ ਦੀ ਧੀ ਆ, ਕਹਿੰਦਾ ਵਾਕਈ, ਕਹਿੰਦਾ ਪਰਖ ਕਰੀ ਆ, ਕਹਿੰਦਾ ਗੱਲ ਤਾਂ ਉਹਦੀ ਸੱਚੀ ਹੈ ਆਪਣੀ ਨੂੰਹ ਦੀ, ਵੀ ਜਦੋਂ ਬਲਦ ਰੋਕਣੇ ਕੀਲੀ ਕੱਢ ਕੇ ਰੋਕਣ ਦਾ ਹੱਕ ਹੈ, ਬਲਦ ਤੁਰਦਾ ਚੌ ਵੱਜਣ ਦਾ ਡਰ ਹੈ। ਕਹਿੰਦਾ ਗੱਲ ਤਾਂ ਪੱਕੀ ਹੈ, ਨੂੰਹ ਤਾਂ ਕਹਿੰਦਾ ਸਿਆਣੀ ਹੈ, ਕਿਸੇ ਕਰਸਾਨਾਂ ਦੀ ਧੀ ਹੈ, ਕਹਿੰਦਾ ਵਾਕਈ ਗੱਲ ਸੱਚੀ ਹੈ। ਭਾਈ ਹੱਥ ਨੇ ਕਹਿੰਦਾ ਪੁੱਤ ਤੇਰੀ ਗੱਲ ਸੱਚੀ ਆ, ਮੈਂ ਭੁੱਲ ਗਿਆ, ਵਾਕਈ ਗੱਲ ਕਹਿੰਦਾ ਸੱਚੀ ਹੈ, ਵੀ ਇਹ ਤਾਂ ਬਹੁਤ ਵੱਡਾ ਨੁਕਤਾ ਸੀ। ਕਹਿੰਦਾ ਜੇ ਬਲਦ ਦੇ ਚੌ ਵੱਜਦੀ ਕੰਮ ਖੜ ਗਿਆ ਦੀ। ਕਹਿੰਦੀ ਬਾਪੂ ਮੈਂ ਇਹੀ ਕਿਹਾ ਤੀ ਵੀ ਤੈਨੂੰ ਬਾਪੂ ਨੇ ਹੋਰ ਕੰਮ ਤਾਂ ਸਿਖਾਇਆ ਤਾ, ਤੈਨੂੰ ਇੱਕ ਕੰਮ ਨਹੀਂ ਸਿਖਾਇਆ ਹਲ ਦਾ। ਕਹਿੰਦੀ ਤੇਰੇ ਪੁੱਤ ਨੂੰ ਪਤਾ ਨਹੀਂ ਲੱਗਿਆ ਵੀ ਮੈਨੂੰ ਕਿਹੜਾ ਕੰਮ ਕਹਿੰਦੀ ਹੈ। ਕਹਿੰਦਾ ਭਾਈ ਤੂੰ ਸਿਆਣੀ ਹੈ, ਫਿਰ ਵੀ ਲਾਣੇ ਦੀ ਧੀ ਹੈ, ਮਗਰ ਘਰਾਣੇ ਦੀ ਧੀ ਹੈ, ਪਤਾ ਨਹੀਂ। ਕਹਿੰਦਾ ਬਾਲੀਆਂ ਬੁੜੀਆਂ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਹੁੰਦਾ, ਤਾਂ ਪਰਖ ਤਾਂ ਕਰ ਲਈ ਨਾ ਇਹ ਚੀਜ਼ ਦੀ। ਉਹ ਆਪਦੇ ਪੇਕੀ ਜਦੋਂ ਗਈ ਆਪਦੀ ਮਾਂ ਕੋਲੇ ਗੱਲ ਕਰੀ, ਕਹਿੰਦੀ ਮਾਂ, ਉਹ ਕਹਿੰਦੀ ਕਿਵੇਂ ਨੇ ਲਾਣਾ? ਠੀਕ ਆ, ਵਧੀਆ, ਰਲੇ ਮਿਲੇ ਆ, ਪਰਿਵਾਰ ਚੰਗਾ? ਕਹਿੰਦੀ ਵਧੀਆ। ਕਹਿੰਦੀ ਹੋਰ? ਕਹਿੰਦੀ ਤੇਰਾ ਥੋੜ੍ਹਾ ਜਿਹਾ ਜਮਾਈ ਮੂਰਖ ਹੈ। ਉਹ ਕਹਿੰਦੀ ਨਾ, ਬੜਾ ਚਾਤਲ ਚਲਾਕ ਹੈ, ਗੱਲ ਤਾਂ ਆਉਣ ਨਹੀਂ ਦਿੰਦਾ ਇੱਥੇ, ਜਦੋਂ ਆਉਂਦਾ ਤਾਂ ਪੂਰਾ ਸ਼ਹਿਰ ਹੈ। ਕਹਿੰਦੀ ਕਿੱਥੇ ਸ਼ਹਿਰ ਹੈ ਬੇਬੇ, ਮੂਰਖੀ ਹੈ। ਕਹਿੰਦੀ ਨਾ, ਬੁੜੀ ਕਹਿੰਦੀ ਤੂੰ ਤਾਂ ਐਵੇਂ ਹੀ ਕਰੀ ਜਾਂਦੀ ਹੈ, ਲੜਦਾ ਬੋਲਦਾ? ਕਹਿੰਦੀ ਨਾ, ਲੜਦਾ ਬੋਲਦਾ ਤਾਂ ਕਾਹਨੂੰ ਆ, ਕਹਿੰਦੀ ਉਹ ਮੂਰਖ ਹੈ, ਐਡਾ ਚਲਾਕ ਚਾਤਰ ਨਹੀਂ, ਵਾਹ ਹੁਸ਼ਿਆਰ ਨਹੀਂ ਹੈਗਾ। ਉਹ ਕਹਿੰਦੀ ਕੀ ਗੱਲ ਆ? ਉਹਨੇ ਦੱਸਿਆ, ਕਹਿੰਦੀ ਤੇਰੇ ਜਮਾਈ ਦੇ ਵਿੱਚ ਆਹ ਨੁਕਸ ਹੈ, ਕਹਿੰਦੀ ਆਹ ਨੁਕਸ ਦੇ ਕਾਰਨ, ਕਹਿੰਦੀ ਮੈਂ ਉਹਨੂੰ ਮੂਰਖ ਕਿਹਾ। ਕਹਿੰਦੀ ਫਿਰ ਤਾਂ ਤੇਰੀ ਗੱਲ ਜਮਾ ਸੱਚੀ ਹੈ, ਫਿਰ ਤਾਂ ਮੂਰਖ ਆ। ਕਹਿੰਦੀ ਸਾਡਾ ਤਾਂ ਹਾਲ ਖੜ ਗਿਆ ਹੁੰਦਾ ਜੇ ਕਿਤੇ ਚੌ ਵੱਜਦੀ, ਤੂੰ ਕਹੀ ਨਹੀਂ ਬਲਾ ਸਿਆਣਾ, ਬੜਾ ਚੰਗਾ। ਉਹ ਕਹਿੰਦੀ ਆਹ ਤਾਂ ਬੜਾ ਨੁਕਤਾ ਫੜਿਆ। ਕਹਿੰਦੀ ਜੱਟਾਂ ਦੀ ਕੁੜੀਆਂ, ਜੇ ਆਪਾਂ ਨੂੰ ਨਾ ਪਤਾ ਲੱਗੇ ਜ਼ਿਮੀਂਦਾਰਾਂ ਨੂੰ, ਫਿਰ ਕਹਿੰਦੀ ਹੋਰ ਕਿਹਨੂੰ ਪਤਾ ਲੱਗੂਗਾ। ਕਹਿੰਦੀ ਮੇਰੀ ਤਾਂ ਕਹਿੰਦੀ ਆਹ ਗੱਲ ਪਿੱਛੇ ਤਾਂ ਕਹਿੰਦੀ ਮੇਰਾ ਸਹੁਰਾ ਵੀ ਮੰਨ ਗਿਆ ਵੀ ਹਾਂ ਭਾਈ ਮੈਂ ਭੁੱਲ ਗਿਆ ਗੱਲ ਨੂੰ, ਵੀ ਮੈਥੋਂ ਸਿਖਾਇਆ ਨਹੀਂ ਗਿਆ। ਹਾਂਜੀ ਦੇਖੋ ਜੋ ਨਾ।